ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਸ਼ਾਮ ਦੇ 5:30 ਹੋਏ ਨੇ। ਪ੍ਰੋਗਰਾਮ ਸ਼ਮਾਦਾਨ ਲੈ ਕੇ ਹਾਜ਼ਰ ਹਾਂ ਜੀ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈੜੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਤੇ ਕੈਲਗਰੀ ਤੋਂ ਇਹ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਸੁਖਪਾਲ ਸਿੰਘ ਬਰਾੜ ਹੋਰਾਂ ਨੇ। ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ 403 690 1235। ਇਹਨਾਂ ਤੋਂ ਤੁਸੀਂ ਹੀਟਿੰਗ, ਗੈਸ ਫਿਟਿੰਗ, ਹੌਟ ਵਾਟਰ ਟੈਂਕ, ਫਾਇਰ ਪਲੇਸ, ਫਰਨਸ ਰਿਪੇਅਰ, ਵਾਟਰ ਸੌਫਟਨਰ ਅਤੇ ਰੈਜ਼ੀਡੈਂਸ ਅਤੇ ਕਮਰਸ਼ੀਅਲ ਪਲੰਬਿੰਗ ਕਰਵਾ ਸਕਦੇ ਹੋ। ਵਿਨੀਪੈਗ ਮੈਨੀਟੋਬਾ ਤੋਂ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ 200 ਟਰਾਂਸਪੋਰਟ ਰੋਡ। ਬਿਜ਼ਨਸ ਦਾ ਨੰਬਰ ਹੈ ਜੀ 204 777 0460। ਇਹ ਬਲਤੇਜ ਸਿੰਘ ਪਨੇਸਰ ਹੋਰਾਂ ਦਾ ਨੰਬਰ ਹੈ ਜੀ, ਜਿੱਥੋਂ ਤੁਸੀਂ 24 ਘੰਟੇ 7 ਦਿਨ ਇਹ ਦੁਕਾਨ ਖੁੱਲ੍ਹੀ ਰਹਿੰਦੀ ਹੈ। ਟਰੱਕ ਸ਼ਾਪ ਇਹ ਖੁੱਲ੍ਹੀ ਰਹਿੰਦੀ ਹੈ ਜੀ। DOT ਸੇਫਟੀ ਇੰਸਪੈਕਸ਼ਨ ਕਰਾਉਂਦੇ ਨੇ ਅਤੇ ਗੌਰਮੈਂਟ ਅਪਰੂਵਡ ਹੈ। ਕਲੱਚ ਸੀਜ਼ਨਲ ਸਰਵਿਸ ਤੋਂ ਲੈ ਕੇ ਤੁਹਾਡੇ ਟਰੱਕ ਐਂਡ ਟ੍ਰੇਲਰ ਦਾ A to Z ਕੰਮ ਕਰਕੇ ਦਿੰਦੇ ਨੇ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਤੁਸੀਂ ਆਪਣੀਆਂ ਘਰਾਂ ਅਤੇ ਵਪਾਰਕ ਸਥਾਨਾਂ ਦੀਆਂ ਛੱਤਾਂ 'ਤੇ ਸੋਲਰ ਸਿਸਟਮ ਲਵਾਓ। 6617541722 661 754 1722 ਦੇ ਉੱਤੇ। ਅਤੇ ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਸੋਲੋ ਅਤੇ ਟੀਮ ਡਰਾਈਵਰ ਚਾਹੀਦੇ ਨੇ ਜੀ। ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸਿੱਧੂ ਹੋਰਾਂ ਨਾਲ। ਸੰਪਰਕ ਫੋਨ ਨੰਬਰ ਹੈ 6616671188। ਅਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਈ ਲੋਕਾਂ ਨੂੰ ਭੁਲੇਖਾ ਨਾ ਪੈ ਜੇ ਕਿ ਨਾ ਜੇਤਲੀ ਹੈ ਕਿਤੇ ਅਰੁਣ ਜੇਤਲੀ ਹੋਰਾਂ ਨਾਲ ਨਾ ਸੰਬੰਧ ਹੋਵੇ। ਇਹ ਜੈ ਜੇਤਲੀ ਕੌਣ ਨੇ ਅਤੇ ਇਹਨਾਂ ਨੂੰ ਕਿਸ ਮਾਮਲੇ ਦੇ ਵਿੱਚ 4 ਸਾਲ ਦੀ ਕੈਦ ਹੋਈ ਹੈ? ਜੈ ਜੇਤਲੀ ਇੱਕ IAS ਅਫੀਸਰ ਹੁੰਦੇ ਸੀ ਜੀ, ਅਸ਼ੋਕ ਜੇਤਲੀ ਜੀ। ਸ਼ਾਇਦ ਹੁਣ ਉਹਨਾਂ ਦੀ ਵਾਈਫ ਸੀ। ਔਰ ਮੇਰਾ ਖਿਆਲ ਹੈ ਵੀ ਹੁਣ ਸੰਬੰਧ ਉਹਨਾਂ ਨਾਲ ਠੀਕ ਨਹੀਂ। ਜਿਹੜੇ ਜਾਰਜ ਫਰਨਾਂਡਿਸ ਹੁੰਦੇ ਸੀ, ਜਾਰਜ ਫਰਨਾਂਡਿਸ 1977 ਦੇ ਵਿੱਚ ਐਮਰਜੈਂਸੀ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਜੀ, ਉਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਤੇ ਉਹ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ ਜੀ। ਅਗਾਂਹ ਸਰਕਾਰ ਬਣਦੀ ਹੈ ਮੁਰਾਰਜੀ ਦੇਸਾਈ ਸਾਹਿਬ ਦੀ, ਤੇ ਜਾਰਜ ਫਰਨਾਂਡਿਸ ਨੂੰ ਉਹਦੇ ਵਿੱਚ ਮਿਨਿਸਟਰ ਬਣਾ ਲਿਆ ਸੀ ਜੀ। ਕੇਂਦਰੀ ਵਜ਼ੀਰ ਬਣ ਗਏ। ਜਾਰਜ ਫਰਨਾਂਡਿਸ ਦਾ ਜੇ ਆਪਾਂ ਪਿਛੋਕੜ ਦੇਖੀਏ ਤਾਂ ਉਹ ਇੱਕ ਸੋਸ਼ਲਿਸਟ ਆਗੂ ਸੀ ਜੀ। ਔਰ ਸੋਸ਼ਲਿਸਟ ਆਗੂ ਵੀ ਅਜਿਹਾ ਜਿਹੜਾ ਆਪਣੇ ਜਿਹੜਾ ਮਿਸ਼ਨ ਹੈ ਉਸ ਮਿਸ਼ਨ ਦੀ ਪ੍ਰਾਪਤੀ ਲਈ ਤਾਕਤ ਦੀ ਵਰਤੋਂ ਕਰਨ ਤੋਂ ਵੀ ਪਰਹੇਜ਼ ਨਹੀਂ ਸੀ ਕਰਦਾ। ਅੱਛਾ ਜੀ। ਇਹ ਉਹਦਾ ਮੰਨਣਾ ਸੀ। ਐਮਰਜੈਂਸੀ ਦੇ ਵਿੱਚ ਉਹ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਬੰਦ ਰਿਹਾ ਸੀਗਾ। ਜਦੋਂ ਵਜ਼ੀਰ ਬਣ ਗਿਆ ਤਾਂ ਵਜ਼ੀਰ ਬਣਨ ਵੇਲੇ ਤੁਹਾਨੂੰ ਪਤਾ ਵਜ਼ੀਰ ਦੇ ਨਾਲ ਕੁਝ ਅਫਸਰ ਤਾਇਨਾਤ ਹੁੰਦੇ ਹੈ। ਅਸ਼ੋਕ ਜੇਤਲੀ ਵੀ ਉਹਨਾਂ ਦੇ ਸੈਕਟਰੀ ਵਜੋਂ ਜਾਂ ਉਹਨਾਂ ਦੇ PA ਵਜੋਂ ਉਹਨਾਂ ਦੇ ਨਾਲ ਤਾਇਨਾਤ ਹੋ ਗਿਆ ਜੀ। ਅਸ਼ੋਕ ਜੇਤਲੀ ਦੇ ਘਰ ਆਉਣ ਜਾਣ ਹੋ ਗਿਆ। ਇਸੇ ਸਮੇਂ ਦੌਰਾਨ ਜਯਾ ਜੇਤਲੀ ਦੇ ਨਾਲ ਉਹਨਾਂ ਦੇ ਜਿਹੜੇ ਸਾਹਿਤਕ ਸੰਬੰਧ ਬਣ ਗਏ ਜੀ। ਔਰ ਹੌਲੀ ਹੌਲੀ ਸਾਹਿਤਕ ਸੰਬੰਧ ਜਿਹੜੇ ਹੈਗੇ ਆ ਬਾਅਦ ਦੇ ਵਿੱਚ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਚ ਤਬਦੀਲ ਹੋ ਗਏ ਜੀ। ਔਰ ਜਯਾ ਜੇਤਲੀ ਨੇ ਅਸ਼ੋਕ ਜੇਤਲੀ ਨੂੰ ਆਪਣੇ ਘਰ ਵਾਲੇ ਨੂੰ ਛੱਡ ਕੇ ਅਲਵਿਦਾ ਕਹਿ ਕੇ ਤੇ ਉਹ ਜਾਰਜ ਫਰਨਾਂਡਿਸ ਨਾਲ ਰਹਿਣ ਲੱਗ ਪਈ ਸੀ ਜੀ। ਜ਼ਿਕਰ ਕਰਨਾ ਇੱਥੇ ਵੀ ਜ਼ਰੂਰੀ ਹੈ ਕਿ ਜਾਰਜ ਫਰਨਾਂਡਿਸ ਵੀ ਪਹਿਲਾਂ ਮੈਰਿਡ ਸੀ ਔਰ ਉਹ ਵੀ ਕਿਸੇ ਬਹੁਤ ਵੱਡੇ ਪਰਿਵਾਰ ਦੀ ਕੁੜੀ ਸੀ ਜਿਹਦਾ ਨਾਮ ਲੈਲਾ ਕਬੀਰ ਸੀ। ਉਹਦੇ ਨਾਲ ਵਿਆਹ ਹੋਇਆ ਸੀ। ਲੈਲਾ ਕਬੀਰ ਦੇ ਇੱਕ ਬੱਚਾ ਸੀ। ਲੈਲਾ ਕਬੀਰ ਉਸ ਵੇਲੇ ਜਾਰਜ ਫਰਨਾਂਡਿਸ ਦੇ ਨਾਲ ਸੀ ਜਦੋਂ ਇਹ ਐਮਰਜੈਂਸੀ ਲੱਗੀ ਹੈ ਜੀ। ਤੇ ਪਤਾ ਲੱਗਿਆ ਕਿ ਹੁਣ ਜਾਰਜ ਨੇ ਅੰਦਰ ਜਾਣਾ ਤੇ ਲੈਲਾ ਨੇ ਆਪਣੇ ਬੱਚੇ ਨੂੰ ਚੁੱਕਿਆ ਤੇ ਉਹ ਅਮਰੀਕਾ ਚਲੀ ਗਈ ਸੀ ਜਾਂ ਕਿਸੇ ਹੋਰ ਦੇਸ਼ ਚਲੀ ਗਈ, ਵਿਦੇਸ਼ ਚਲੀ ਗਈ ਜੀ ਜੀ। ਬਾਅਦ ਦੇ ਵਿੱਚ ਬੱਚਾ ਥੋੜਾ ਉਡਾਰ ਹੋਇਆ ਤੇ ਉਹ ਵਾਪਸ ਆਈ ਤੇ ਉਹਨੇ ਚਾਹਿਆ ਕਿ ਬੱਚੇ ਨੂੰ ਉਹਦਾ ਬਾਪ ਮਿਲ ਜਾਵੇ। ਲੇਕਿਨ ਜਾਰਜ ਫਰਨਾਂਡਿਸ ਨੇ ਉਹਨਾਂ ਪ੍ਰਤੀ ਜੋ ਉਹਨੂੰ ਸਨੇਹ ਦਿਖਾਉਣਾ ਚਾਹੀਦਾ ਸੀ ਉਹ ਨਹੀਂ ਦਿਖਾਇਆ ਡਿਊ ਟੂ ਜਯਾ ਜੀ। ਉਹ ਵਾਪਸ ਫਿਰ ਚਲੀ ਗਈ ਜੀ। ਇਹ ਲੰਬਾ ਸਮਾਂ ਉਹਨਾਂ ਦੇ ਨਾਲ ਰਹਿੰਦੀ ਰਹੀ। ਜਦੋਂ ਜਾਰਜ ਫਰਨਾਂਡਿਸ ਸਾਹਿਬ ਦੁਬਾਰਾ ਵਜ਼ੀਰ ਬਣਦੇ ਹੈ ਜੀ, ਉਹ ਵਜ਼ੀਰ ਬਣਨ ਤੋਂ ਬਾਅਦ ਤੁਹਾਨੂੰ ਪਤਾ ਪੰਜਾਬ ਭਾਰਤ ਦੇ ਵਿੱਚ ਇੱਕ ਜਿਹੜਾ ਮੈਗਜ਼ੀਨ ਪੋਰਟਲ ਜਿਹੜਾ ਹੈਗਾ ਉਹ ਆਇਆ ਸੀ ਤਹਿਲਕਾ ਜੀ। ਆਇਆ ਸੀਗਾ, ਬਿਲਕੁਲ ਬਿਲਕੁਲ। ਔਰ ਤਹਿਲਕਾ ਦੀ ਮਤਲਬ ਐਡੀ ਤਾਕ ਸੀ ਕਿ ਸਾਰੇ ਪਾਸੇ ਤਹਿਲਕਾ ਹੀ ਮਚਾਇਆ ਹੋਇਆ ਸੀ। ਤਹਿਲਕਾ ਹੀ ਮਚਾਇਆ ਹੋਇਆ ਸੀ।
ਤਹਿਲਕਾ ਵਾਲਿਆਂ ਨੇ ਸਭ ਤੋਂ ਪਹਿਲਾਂ ਜਿਹੜਾ ਇੱਕ ਸਟਿੰਗ ਆਪਰੇਸ਼ਨ ਕੀਤਾ ਭਾਰਤ ਦੇ ਵਿੱਚ, ਮੇਰਾ ਖਿਆਲ ਉਹ ਪਹਿਲਾ ਸਟਿੰਗ ਹਾਂ, ਆਪਰੇਸ਼ਨ। ਉਹਦਾ ਆਪਰੇਸ਼ਨ ਵੈਸਟ ਐਂਡ ਕਰਕੇ ਜਿਹੜਾ ਹੋਇਆ ਸੀ। ਅੱਛਾ। ਉਹ ਆਪਰੇਸ਼ਨ ਕੀਤਾ। ਉਹ ਆਪਰੇਸ਼ਨ ਕੀ ਸੀ? ਉਹ ਆਪਰੇਸ਼ਨ ਇਹ ਸੀ ਕਿ ਜਿਹੜੇ ਹਥਿਆਰਾਂ ਦੀ ਖਰੀਦੋ ਫਰੋਖਤ ਹੁੰਦੀ ਹੈ ਜੀ, ਸੌਦੇਬਾਜ਼ੀ ਹੁੰਦੀ ਹੈ, ਇਹਦੇ ਵਿੱਚ ਦੋ ਕਿਸਮ ਦੇ ਜਿਹੜੀ ਹੈਗੀ ਆ ਲੈਣ ਦੇਣ ਹੁੰਦਾ ਹੈ। ਇੱਕ ਹੁੰਦਾ ਕਮਿਸ਼ਨ ਜੀ। ਕਮਿਸ਼ਨ ਉਹਨਾਂ ਕੰਪਨੀਆਂ ਨੂੰ ਜਾਂ ਉਹਨਾਂ ਦਲਾਲਾਂ ਨੂੰ ਮਿਲਦਾ ਹੈ ਜਿਹੜੇ ਦੋਨਾਂ ਧਿਰਾਂ ਦਾ ਆਪਸ ਵਿੱਚ ਪੈਚਅਪ ਕਰਵਾਉਂਦੇ ਜੀ। ਲੇਕਿਨ ਜਿਹਨੇ ਹਥਿਆਰ ਵੇਚਣੇ ਹੁੰਦੇ ਹੈ ਉਹਦੇ ਨਾਲੋਂ ਜਿਹਨੇ ਖਰੀਦਣੇ ਹੁੰਦੇ ਆ ਉਹਨੂੰ ਰਾਜੀ ਕਰਨਾ ਬਹੁਤ ਔਖਾ ਹੁੰਦਾ, ਸੌਖਾ ਨਹੀਂ ਹੁੰਦਾ ਜੀ। ਕਿਉਂਕਿ ਤੁਸੀਂ ਦੱਸਣਾ ਕਿ ਇਹ ਹਥਿਆਰ ਦੇ ਵਿੱਚ ਇਹ ਕੁਆਲਿਟੀ ਹੈ। ਕਈ ਵਾਰੀ ਕਿਸੇ ਦੇਸ਼ ਦੀ ਕੁਆਲਿਟੀ ਕੋਈ ਹੋਰ ਦੀ ਲੋੜ ਕੋਈ ਹੋਰ ਹੁੰਦੀ ਹੈ, ਕੁਆਲਿਟੀ ਉਹਦੇ ਮੇਚ ਦੀ ਨਹੀਂ ਹੁੰਦੀ ਤੇ ਉਹ ਸੌਦਾ ਸਿਰੇ ਨਹੀਂ ਚੜ੍ਹਦਾ ਜੀ। ਸੌਦੇ ਨੂੰ ਸਿਰੇ ਚਾੜਨ ਵਾਸਤੇ ਫਿਰ ਦੋ ਕਿਸਮ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਟਾਉਣਾ ਪੈਂਦਾ ਹੈ। ਇੱਕ ਹੁੰਦੇ ਆ ਬਿਊਰੋਕਰੇਟ ਅਫਸਰ ਤੇ ਦੂਜੇ ਹੁੰਦੇ ਆ ਫਿਰ ਪੋਲੀਟੀਕਲ ਮੈਨ। ਤਹਿਲਕਾ ਵਾਲਿਆਂ ਨੂੰ ਇਸ ਗੱਲ ਦੀ ਭਿਣਕ ਸੀਗੀ ਕਿ ਅਫਸਰ ਵੀ ਪੱਟੇ ਜਾ ਰਹੇ, ਸੋ ਉਹਨਾਂ ਨੇ ਕੁਝ ਮਿਲਟਰੀ ਅਫਸਰਾਂ ਦੇ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਜੀ। ਉਹਨਾਂ ਦਿਨਾਂ ਦੇ ਵਿੱਚ ਕੋਈ ਮੇਜਰ ਜਨਰਲ ਸੀ SP ਮੁਰਗਈ ਜੀ, ਉਹਦੇ ਨਾਲ ਤਾਲਮੇਲ ਕੀਤਾ ਗਿਆ। SP ਮੁਰਗਈ ਜਿਹੜਾ ਹੈਗਾ ਰਿਸ਼ਵਤ ਲੈਂਦਾ ਤੇ ਕਈ ਕੁਝ ਹੋਰ ਕੁਪੱਤ ਕਰਦਾ ਜੀ, ਉਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ। ਗੁਪਤ ਕੈਮਰੇ ਸੀ ਉਹਨਾਂ ਕੋਲ ਤਹਿਲਕਾ ਟੀਮ ਦੇ ਕੋਲ ਜੀ, ਔਰ ਤਹਿਲਕਾ ਟੀਮ ਨੇ ਚੰਗੀ ਇਨਵੈਸਟਮੈਂਟ ਕੀਤੀ ਸੀ ਆਪਣੀ ਇਸ ਸਟੋਰੀ ਨੂੰ ਪ੍ਰਵਾਨ ਚੜਾਉਣ ਵਾਸਤੇ। ਉਦੋਂ ਢਿੱਲੋਂ ਸਾਹਿਬ ਗੁਪਤ ਕੈਮਰੇ ਔਖੇ ਵੀ ਬੜੇ ਮਿਲਦੇ ਸੀ, ਬੜੇ ਜਿਹੜੇ ਸੀਗੇ ਮਹਿੰਗੇ ਬੜੇ ਹੁੰਦੇ ਸੀ। ਬੜੇ ਤੁਹਾਡਾ ਤਾਂ ਤਜਰਬਾ ਇਸ ਗੱਲ ਦਾ, ਕਿਉਂਕਿ ਮੇਰੀ ਇਹ ਲਾਈਨ ਨਹੀਂ, ਮੈਂ ਤਾਂ ਉਦੋਂ ਪ੍ਰਿੰਟ ਨਾਲ ਹੁੰਦਾ ਸੀ। ਜੀ ਜੀ। ਤੇ ਇਸ ਕਰਕੇ ਮੈਨੂੰ ਨਹੀਂ ਪਤਾ ਵੀ ਉਹਦੀ ਕੀਮਤ ਕਿੰਨੀ ਸੀ। ਹੁਣ ਤਾਂ ਸ਼ਾਇਦ ਮੇਰਾ ਖਿਆਲ ਹੈ ਵੀ ਗੁਪਤ ਕੈਮਰੇ ਆਮ ਹੀ ਆਪਾਂ ਨੂੰ ਵਾਧੂ ਆ ਗਏ। ਹਾਂਜੀ, ਘੜੀਆਂ ਮਿਲ ਜਾਂਦੇ ਹੈ। ਜੀ ਜੀ। ਇਹ ਤਾਂ ਫਿਰ ਉਹ ਸਥਿਤੀ ਹੋ ਗਈ ਨਾ ਜਦੋਂ ਸ਼ੁਰੂ ਦੇ ਵਿੱਚ ਆਪਣੇ ਆ ਗਈਆਂ ਸੀਗੀਆਂ ਤੁਹਾਡੀਆਂ ਬਿਜਲਈ ਘੜੀਆਂ। ਜੀ। ਦਿੱਲੀ ਦੇ ਵਿੱਚ ਤਾਂ ਬਿਜਲਈ ਘੜੀਆਂ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ ਸਿਰਾਂ ਦੇ ਲਿਹਾਜ਼ ਨਾਲ, ਕਿਲੋਆਂ ਦੇ ਲਿਹਾਜ਼ ਨਾਲ। ਬਿਲਕੁਲ ਬਿਲਕੁਲ। ਤੇ ਆਪਣੇ ਇੱਥੇ ਆ ਕੇ ਉਹਨਾਂ ਨੂੰ ਬੜੀਆਂ ਮਹਿੰਗੀਆਂ ਵੇਚੀਆਂ ਜਾਂਦੀਆਂ ਸੀ ਕਿ ਜੀ ਇਹ ਬਿਲਕੁਲ ਐਕੂਰੇਟ ਟਾਈਮ ਦੱਸਦੀਆਂ ਵਗੈਰਾ, ਚੱਲਦਾ ਹੁੰਦਾ ਹੈ। ਔਰ ਚਲੋ ਆਪਾਂ ਇਹ ਕਰ ਲਿਆ। ਉਹਨਾਂ ਨੇ ਉਹ ਆਪਰੇਸ਼ਨ ਕੀਤਾ, ਉਸ ਆਪਰੇਸ਼ਨ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਕਾਮਯਾਬ ਹੋ ਗਿਆ ਜੀ। ਅਗਲਾ ਆਪਰੇਸ਼ਨ ਸੀ ਫਿਰ ਪੋਲੀਟੀਕਲ ਬੰਦਿਆਂ ਦਾ। ਪੋਲੀਟੀਕਲ ਬੰਦੇ ਫਿਰ ਉਹਨਾਂ ਨੇ ਦੋ ਕਿਸਮ ਦੇ ਚੁਣੇ। ਇੱਕ ਤਾਂ ਕਿਉਂਕਿ ਡਿਫੈਂਸ ਮਿਨਿਸਟਰ ਸੀ ਜਾਰਜ ਫਰਨਾਂਡਿਸ ਜੀ, ਔਰ ਜਾਰਜ ਫਰਨਾਂਡਿਸ ਦੀ ਸੰਗਣੀ ਜਿਹੜੀ ਉਹਦੇ ਨਾਲ ਰਹਿੰਦੀ ਹੈ ਉਹਦੇ ਨਾਲੋਂ ਕਮਜ਼ੋਰ ਕੜੀ ਕੋਈ ਮਿਲ ਨਹੀਂ ਸਕਦੀ। ਬਿਲਕੁਲ ਜੀ, ਬਿਲਕੁਲ। ਕਿ ਜੇ ਉਹ ਕਾਬੂ ਆ ਜੇ, ਉਹ ਆਪਣੀ ਮਦਦ ਕਰ ਦੇਵੇ ਤਾਂ ਇਹ ਮਾਮਲਾ ਸਿਰੇ ਚੜ ਸਕਦਾ ਹੈ। ਲੈਣਾ ਦੇਣਾ ਦਾ ਕੁਝ ਨਹੀਂ ਸੀ, ਉਹਨਾਂ ਨੇ ਤਾਂ ਸਿਰਫ ਵਿਖਾਵੇ ਦੇ ਤੌਰ ਤੇ ਕਰਨਾ ਸੀ ਜੀ। ਉਹਨਾਂ ਨੇ ਆਪਣੀ ਸਟੋਰੀ ਖੜੀ ਕਰਨੀ ਸੀ। ਔਰ ਉਸ ਦੇ ਨਾਲ ਹੀ ਫਿਰ ਉਹਨਾਂ ਨੇ ਦੇਖਿਆ ਕਿ ਇੱਕ ਜਿਹੜਾ ਹੈ ਕਿਸੇ ਵੱਡੇ ਲੀਡਰ ਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ ਜੀ। ਤੇ ਵੱਡੇ ਲੀਡਰ ਨੂੰ ਇਨਵੋਲਵ ਕਰਨ ਵਾਸਤੇ ਉਸ ਵੇਲੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਹੁੰਦੇ ਸੀ ਉਹਨਾਂ ਦਾ ਨਾਮ ਸੀ ਬੰਗਾਰੂ ਲਕਸ਼ਮਣ। ਹਾਂਜੀ, ਹਾਂ। ਬੰਗਾਰੂ ਲਕਸ਼ਮਣ ਨੂੰ ਵੀ ਜਾ ਅਪਰੋਚ ਕੀਤਾ ਤੇ ਬੰਗਾਰੂ ਲਕਸ਼ਮਣ ਨੂੰ ਉਹਨਾਂ ਨੇ ਆਪਣੀ ਪ੍ਰਪੋਜ਼ਲ ਦੱਸੀ ਕਿ ਸਰ ਅਸੀਂ ਆਹ ਕੰਮ ਹੈ, ਕਾਗਜ਼ ਪੱਤਰ ਦਿਖਾਏ ਜੀ। ਔਰ ਉਹ ਕਾਗਜ਼ ਪੱਤਰ ਜਿਹੜੇ ਹੈਗੇ ਸਾਰੇ ਦੇ ਸਾਰੇ ਕੈਮਰੇ ਦੀ ਜਿਹੜੀ ਹੈ ਮਾਰ ਹੇਠ ਆ ਗਏ, ਕੈਦ ਹੋ ਗਏ। ਫਿਰ ਉਹਨਾਂ ਨੇ ਵੀ ਸਰ ਤੁਸੀਂ ਪੈਸੇ ਧੇਲੇ ਦੀ ਗੱਲ ਕਰੋ ਤੇ ਪੈਸੇ ਵਾਲੀ ਗੱਲ ਵੀ ਹੋ ਜੀ। ਤੇ ਦਾਨੇਵਾਲੀਆ ਸਾਹਿਬ ਮੇਰੇ ਉਹ ਯਾਦ ਹੈ, ਇਹ ਬੜਾ ਲੰਬਾ ਸਮਾਂ ਚੱਲਦਾ ਰਿਹਾ ਸੀ ਸਿਲਸਿਲਾ। ਜਦੋਂ ਬੰਗਾਰੂ ਲਕਸ਼ਮਣ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਤੇ ਉਹਦਾ ਕਹਿਣਾ ਕੀ ਸੀ ਜੀ। ਇੱਕ ਹੱਥ ਦੇ ਵਿੱਚ ਉਹ ਨੋਟਾਂ ਦੀ ਥੱਬੀ ਫੜੀ ਜਾਂਦਾ ਸੀ ਤੇ ਨਾਲ ਇਹ ਕਹੀ ਜਾਂਦਾ ਸੀ ਪੈਸਾ ਭਗਵਾਨ ਤੋਂ ਹੋਤਾ ਨਹੀਂ ਲੇਕਿਨ ਜੇ ਭਗਵਾਨ ਸੇ ਕਮ ਵੀ ਨਹੀਂ ਹੋਤਾ। ਬਿਲਕੁਲ। ਔਰ ਮੇਰਾ ਖਿਆਲ ਆ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦਾ ਉਹ ਪਹਿਲਾ ਮੁਖੀ ਸੀ ਜਿਹੜਾ ਰਿਸ਼ਵਤ ਲੈਂਦਾ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ ਜੀ। ਇਹ ਵੱਖਰੀ ਗੱਲ ਹੈ ਕਿ ਰਾਜਨੀਤਿਕ ਲੋਕਾਂ ਦੀ ਪਹੁੰਚ ਬੜੀ ਹੁੰਦੀ ਹੈ, ਬਾਲਕ ਕੱਢ ਜਾਂਦੇ ਨੇ ਵਾਪਦਾ ਸਾਰਾ। CBI ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਇਹਦਾ ਕੋਈ ਕਸੂਰ ਨਹੀਂਗਾ, ਉਹਨੂੰ ਬਖਸ਼ਤਾ ਸੀ ਜੀ। ਉਹ ਇੱਕ ਵੱਖਰੀ ਗੱਲ ਆ, ਪਰ ਇਹ ਪਹਿਲਾ ਮੌਕਾ ਹੈ ਔਰ ਇੱਥੇ ਮੈਂ ਇਹ ਵੀ ਜ਼ਿਕਰ ਕੀਤੇ ਬਗੈਰ ਨਹੀਂ ਰਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਨੇ ਜੀ ਹਮੇਸ਼ਾ ਹੀ ਇਹ ਐਲਾਨ ਕੀਤਾ ਕਿ ਇਹ ਪਾਰਟੀ ਉਹ ਹੈ ਜਿਹੜੀ ਵੱਖਰੀ ਨਿਆਰੀ ਪਾਰਟੀ ਹੈ ਦੂਜਿਆਂ ਨਾਲੋਂ, ਜਿਹਦਾ ਚਾਲ ਚਰਿੱਤਰ ਤੇ ਚਿਹਰਾ ਅਲੱਗ ਹੈ। ਉਸ ਵੇਲੇ ਚਿਹਰਾ ਤਾਂ ਭਾਰਤੀ ਜਨਤਾ ਪਾਰਟੀ ਦਾ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਅਟਲ ਬਿਹਾਰੀ ਵਾਜਪਾਈ ਹੁੰਦਾ ਸੀ ਜੀ। ਔਰ ਅਟਲ ਬਿਹਾਰੀ ਵਾਜਪਾਈ ਨੈਤਿਕਤਾ ਦੇ ਉੱਤੇ ਬੜਾ ਜ਼ੋਰ ਦਿੰਦਾ ਹੁੰਦਾ ਸੀ। ਨੈਤਿਕਤਾ ਤੁਹਾਨੂੰ ਪਤਾ ਵੀ ਸਾਰੇ ਕਿਸਮ ਦੀ ਹੁੰਦੀ ਹੈ, ਤੁਹਾਡੀ ਜਿਹੜੀ ਹੈ ਪ੍ਰਾਈਵੇਟ ਨੈਤਿਕਤਾ ਵੀ ਹੁੰਦੀ ਹੈ ਤੇ ਤੁਹਾਡੀ ਇਸ ਕਿਸਮ ਦੀ ਨੈਤਿਕਤਾ ਵੀ ਹੁੰਦੀ ਹੈ, ਪਬਲਿਕ ਨੈਤਿਕਤਾ ਵੀ ਹੁੰਦੀ ਹੈ ਤੇ ਪ੍ਰੋਫੈਸ਼ਨਲ ਨੈਤਿਕਤਾ ਵੀ। ਸਾਰਾ ਕੁਝ ਹੀ ਹੁੰਦਾ ਹੈ। ਇਹਦੇ ਵਿੱਚ ਇਹ ਹਰ ਕਿਸਮ ਦਾ ਅਨੈਤਿਕ ਕੰਮ ਵੀ ਹੋਇਆ ਸੀ, ਕਿਉਂਕਿ ਮੈਨੂੰ ਇਹ ਜਾਣਕਾਰੀ ਵੀ ਮਿਲੀ ਹੈ ਉਹਨਾਂ ਦਿਨਾਂ ਦੇ ਵਿੱਚ ਕਿ ਤਹਿਲਕਾ ਦੀ ਟੀਮ ਨੇ ਆਪਣੇ ਆਪਰੇਸ਼ਨ ਨੂੰ ਸਫਲ ਕਰਨ ਵਾਸਤੇ ਤੇ ਜਿਹੜੇ ਵੱਡੇ ਵੱਡੇ ਆਫੀਸਰ ਸੀ ਜੀ
ਉਹਨਾਂ ਨੂੰ ਮਾਇਆ ਜਾਲ ਦੇ ਵਿੱਚ ਫਸਾਉਣ ਵਾਸਤੇ ਉਸ ਵੇਲੇ ਉਹਨਾਂ ਨੇ ਕੁਝ ਸੈਕਸ ਵਰਕਰਸ ਵੀ ਹਾਇਰ ਕੀਤੀਆਂ। ਬਿਲਕੁਲ ਜੀ। ਔਰ ਉਹਨਾਂ ਦਾ ਵੀ ਜਿਹੜਾ ਹੈਗਾ ਸ਼ੋਸ਼ਣ ਜਾਂ ਜੋ ਵੀ ਆਪਾਂ ਕਹਿ ਲਈਏ ਉਹ ਸਾਰਾ ਕੁਝ ਹੁੰਦਾ ਰਿਹਾ। ਇਹ ਸਾਰਾ ਕੁਝ ਵੀ ਕੈਦ ਹੋ ਗਿਆ ਸੀ ਜੀ। ਔਰ ਉਦੋਂ ਪਾਰਲੀਮੈਂਟ ਦੇ ਵਿੱਚ ਰੌਲਾ ਵੀ ਪਿਆ ਸੀ। ਭਾਰਤੀ ਜਨਤਾ ਪਾਰਟੀ ਵਾਲੇ ਤੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਤੁਹਾਡੀ ਜਿਹੜੀ ਹੈਗੀ ਬਹੁਤ ਮਾੜੀ ਗੱਲ ਹੈ ਜੀ, ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਔਨ 에ਅਰ ਕਰੋਗੇ। ਤੇ ਤਰਨ ਤੇਜਪਾਲ ਜੀ ਜਿਹੜੇ ਤਹਿਲਕਾ ਦੇ ਸਰਵਾ ਸੀ ਉਹਨਾਂ ਨੇ ਕਿਹਾ ਸੀ ਕਿ ਸਬੂਤ ਵਾਸਤੇ ਅਸੀਂ ਇਹ ਸਭ ਕੁਝ ਕੀਤਾ ਹੈ, ਪਰੰਤੂ ਅਸੀਂ ਇਹਨੂੰ ਜਿਹੜਾ ਪ੍ਰਸਾਰਿਤ ਨਹੀਂ ਕਰਾਂਗੇ, ਪ੍ਰਕਾਸ਼ਿਤ ਨਹੀਂ ਕਰਾਂਗੇ। ਉਹਨਾਂ ਨੇ ਇੱਕ ਕਮਿਟਮੈਂਟ ਕੀਤੀ ਸੀ ਔਰ ਉਹ ਕੀਤਾ ਵੀ ਨਹੀਂ ਸੀ ਜੀ। ਇਹ ਇੱਕ ਵੱਡੀ ਗੱਲ ਹੈ। ਲਓ ਜੀ, ਉਸ ਮਾਮਲੇ ਦੇ ਵਿੱਚ ਰਿਸ਼ਵਤ ਲੈਂਦੀ ਬੀਬੀ ਜੈ ਲਲਤਾ ਵੀ ਫੜੀ ਗਈ ਜੀ, ਫਰਗਈ ਸਾਹਿਬ ਵੀ ਫੜੇ ਗਏ ਤੇ ਇੱਕ ਇਹਨਾਂ ਦਾ ਅਸਿਸਟੈਂਟ ਹੁੰਦਾ ਸੀ ਉਹ ਵੀ ਫੜਿਆ ਗਿਆ। 3 ਇਹ ਹੋ ਗਏ ਜੀ। ਇੱਕ ਕੋਈ ਸੀਗਾ ਵਪਾਰੀ, ਉਹ ਚੌਥਾ ਉਹ ਹੋ ਗਿਆ। 4 ਨੂੰ ਸੀਬੀਆਈ ਨੇ ਉਡੰਗ ਲਿਆ ਜੀ। ਔਰ ਇਹ ਉਡੰਗੇ ਕਦੋਂ ਗਏ? ਇਹ ਵਾਜਪਾਈ ਦੀ ਸਰਕਾਰ 'ਚ ਨਹੀਂ ਉਡੰਗੇ ਗਏ। ਵਾਜਪਾਈ ਦੀ ਸਰਕਾਰ ਤੋਂ ਬਾਅਦ UPA 1 ਦੀ ਸਰਕਾਰ ਆਉਂਦੀ ਹੈ 2004 ਦੇ ਵਿੱਚ ਜੀ। ਫਿਰ ਸੀਬੀਆਈ ਨੂੰ ਕਿਹਾ ਗਿਆ ਕਿ ਇਹ ਤਫਤੀਸ਼ ਨੂੰ ਥੋੜੀ ਤਿੱਖੀ ਕਰੋ, ਤੇਜ਼ ਕਰੋ। ਉਹ ਤਫਤੀਸ਼ ਤਿੱਖੀ ਹੋਈ, ਤੇਜ਼ ਹੋਈ ਔਰ ਉਹਦਾ ਨਤੀਜਾ ਇਹ ਹੋਇਆ ਕਿ ਫਿਰ ਇਹ ਅਰੈਸਟ ਜਿਹੜੇ ਇਹਨਾਂ ਦੇ ਖਿਲਾਫ ਕੇਸ ਚੱਲ ਗਿਆ ਜੀ। ਸੀਬੀਆਈ ਨੇ ਕੇਸ ਚਲਾਤਾ। ਉਹ ਟਾਈਮ ਤੁਸੀਂ ਦੇਖੋ 2000 ਤੇ 2001 ਤੋਂ ਲੈ ਕੇ 2004-5 ਦਾ ਜਾ ਕੇ ਕੇਸ ਵਾਲੀ ਗੱਲ ਹੀ ਬਣਦੀ ਹੈ। ਕੇਸ ਉਹ ਵੀ ਕਹਿੰਦਾ ਹੈ 15 ਸਾਲਾਂ ਬਾਅਦ ਹੁਣ ਇਹਦਾ ਫੈਸਲਾ ਆਉਂਦਾ ਹੈ ਜੀ। ਔਰ ਹੁਣ ਇਹਦੇ ਫੈਸਲੇ ਦੇ ਵਿੱਚ ਇਹਨਾਂ ਨੂੰ 3 ਜਣਿਆਂ ਨੂੰ 4-4 ਸਾਲ ਦੀ ਕੈਦ ਤੇ 1-1 ਲੱਖ ਰੁਪਇਆ ਜੁਰਮਾਨਾ ਹੋ ਗਿਆ ਜੀ। ਪਰ ਗੱਲ ਕੀ ਹੈ ਕਿ ਕਿਉਂਕਿ ਜਿਹੜਾ ਕਾਨੂੰਨ ਆ ਹਮੇਸ਼ਾ ਛੋਟੇ ਬੰਦਿਆਂ ਵਾਸਤੇ ਹੁੰਦਾ, ਵੱਡੇ ਬੰਦਿਆਂ ਦੀ ਟੰਗ ਨਹੀਂ ਤੋੜਦਾ। ਹਾਂ, ਬਿਲਕੁਲ ਜੀ। ਇੱਥੇ ਵੀ ਕੀ ਹੋਇਆ, ਇੱਕ ਬੜੀ ਅਜੀਬ ਗੱਲ ਹੋਈ ਜੀ ਕਿ ਸੀਬੀਆਈ ਕੋਰਟ ਨੇ ਉਹਨੂੰ ਕੈਦ ਕਰ ਦਿੱਤਾ। ਕੈਦ 4 ਸਾਲ ਦੀ ਹੈ, ਜੇ ਤਾਂ 3 ਸਾਲ ਤੱਕ ਦੀ ਕੈਦ ਹੋਵੇ ਤਾਂ ਇਹ ਫਿਰ ਅਦਾਲਤ ਜਿਹੜੀ ਹੈ ਬੰਦੇ ਨੂੰ ਕਹਿ ਦਿੰਦੀ ਹੈ ਕਿ ਭਾਈ ਤੂੰ ਉੱਪਰਲੀ ਅਦਾਲਤ ਤੋਂ ਜ਼ਮਾਨਤ ਕਰਾ ਲਾ, ਆਰਜੀ ਜ਼ਮਾਨਤ ਸਾਨੂੰ ਦੇ ਜਾ, ਤੂੰ ਆਪਣੇ ਘਰੇ ਚਲਾ ਜਾ। ਲੇਕਿਨ ਜੇ 3 ਸਾਲ ਤੋਂ ਉੱਪਰ ਹੋਵੇ ਤਾਂ ਉਹ ਬੰਦੇ ਦੀ ਗ੍ਰਿਫਤਾਰੀ ਜ਼ਰੂਰੀ ਹੁੰਦੀ ਹੈ। ਉਹ ਗ੍ਰਿਫਤਾਰੀ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ। ਇੱਥੇ ਹੋਇਆ ਕਿ ਇੱਕ ਪਾਸੇ ਜਿਹੜੀ ਹੈਗੀ ਕੈਦ ਹੋ ਗਈ, ਉਹਨਾਂ ਦੀ ਗ੍ਰਿਫਤਾਰੀ ਵੀ ਅਮਲ ਦੇ ਵਿੱਚ ਆ ਗਈ ਔਰ ਗ੍ਰਿਫਤਾਰੀ ਅਮਲ ਚ ਆਉਣ ਦੇ ਨਾਲ ਹੀ ਜਿਹੜੇ ਵਕੀਲ ਹੈ ਉਹ ਹਾਈ ਕੋਰਟ ਪਹੁੰਚ ਗਏ ਜੀ। ਉਹਨਾਂ ਨੇ ਹਾਈ ਕੋਰਟ ਜਾ ਕੇ ਜਦੋਂ ਐਪਲੀਕੇਸ਼ਨ ਦਾਇਰ ਕੀਤੀ ਤੇ ਹਾਈ ਕੋਰਟ ਨੇ ਉਸੇ ਵੇਲੇ ਉਹਨਾਂ ਨੂੰ ਜ਼ਮਾਨਤ ਗ੍ਰਾਂਟ ਕਰਤੀ, ਜੇਲ੍ਹ ਜਾਣਾ ਹੀ ਨਹੀਂ ਪਿਆ। ਅੱਛਾ, ਇਹ ਹੁਣ ਤੁਸੀਂ ਦੇਖੋ ਕਿ ਕੀ ਹੈ ਇਸ ਵੇਲੇ ਰਾਜ ਭਾਕੀ ਦਾ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਾਰਜ ਫਰਨਾਂਡਜ਼ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੀ ਕੋਲੀਸ਼ਨ ਦੇ ਵਿੱਚ ਵੀ ਭਾਈਵਾਲ ਸੀ। ਪਹਿਲੀ ਕੋਲੀਸ਼ਨ ਬਣਦੀ ਹੈ, ਉਹਦੇ ਵਿੱਚ ਭਾਵੇਂ ਪ੍ਰਧਾਨ ਮੰਤਰੀ ਆਪਣੇ ਤੁਹਾਡੇ ਮੁਰਾਰਜੀ ਦੇਸਾਈ ਸਾਹਿਬ ਸੀ ਜੀ ਜੀ, ਲੇਕਿਨ ਉਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਵੀ ਸੀ ਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਸੀ ਜੀ। ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਹੁੰਦੇ ਸੀ ਤੇ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਹੈਗੇ ਉਹ ਹੁੰਦੇ ਸੀਗੇ ਜੀ ਤੁਹਾਡੇ ਸੂਚਨਾ ਤੇ ਪ੍ਰਸਾਰਣ ਮੰਤਰੀ ਜੀ। ਬਾਅਦ ਦੇ ਵਿੱਚ ਫਿਰ ਵਾਜਪਾਈ ਸਾਹਿਬ ਜਦੋਂ ਇਕੱਲੇ ਆਪ ਪ੍ਰਧਾਨ ਮੰਤਰੀ ਬਣਦੇ ਉਦੋਂ ਵੀ ਇਹ ਨਾਲ ਹੁੰਦੇ ਸੀ ਔਰ ਉਦੋਂ ਫਿਰ ਇਹ NDA ਬਣ ਗਿਆ ਸੀ। NDA ਦੇ ਕਨਵੀਨਰ ਜਿਹੜੇ ਪਹਿਲੇ ਕਨਵੀਨਰ ਆ NDA ਦੇ ਉਹ ਜਾਰਜ ਫਰਨਾਂਡਜ਼ ਹੁੰਦੇ ਸੀ ਜੀ। ਔਰ ਇੱਕ ਇਹਦੇ ਚ ਬੜਾ ਇੰਟਰਸਟਿੰਗ ਪੱਖ ਹੋਰ ਹੈ ਕਿ ਭਾਵੇਂ ਉਦੋਂ ਜਿਹੜੀ ਲੈਲਾ ਕਬੀਰ ਨੂੰ ਉਹਦੇ ਘਰ ਵਾਲੇ ਨੇ ਜਿਹੜਾ ਹੈਗਾ ਪ੍ਰਵਾਨ ਨਹੀਂ ਸੀ ਕੀਤਾ, ਆਪਣੇ ਬੱਚੇ ਨੂੰ ਵੀ ਪ੍ਰਵਾਨ ਨਹੀਂ ਕੀਤਾ ਸੀ ਜੀ ਜੀ, ਲੇਕਿਨ ਫਿਰ ਜਿਹੜੇ ਹੈਗੇ ਜਾਰਜ ਫਰਨਾਂਡਜ਼ ਆਪਣੇ ਵਾਸ਼ਰੂਮ ਦੇ ਵਿੱਚ ਨਹਾਉਂਦੇ ਸੀ ਤੇ ਡਿੱਗ ਪਏ, ਇਹਨਾਂ ਦੇ ਸੱਟ ਲੱਗ ਗਈ ਸੀ ਔਰ ਇਹ ਬੜੀ ਕਲੱਲੀ ਬਿਮਾਰੀ ਦਾ ਫਿਰ ਸ਼ਿਕਾਰ ਹੋ ਗਏ ਸੀ। ਉਹ ਸ਼ਿਕਾਰ ਹੋਣ ਤੋਂ ਬਾਅਦ ਲੈਲਾ ਕਬੀਰ ਨੇ ਆ ਕੇ ਸਾਰਾ ਕੁਝ ਆਪਣਾ ਘਰ ਸੰਭਾਲ ਲਿਆ ਸੀ ਜੀ। ਉਦੋਂ ਇਹਨੇ ਜਿਹੜੀ ਜਯਾ ਜੈਤਲੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ, ਦਿੱਲੀ ਹਾਈ ਕੋਰਟ ਦੇ ਵਿੱਚ, ਕਿ ਮੈਨੂੰ ਇਸ ਘਰ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜੀ। ਲੇਕਿਨ ਉਹ ਇਜਾਜ਼ਤ ਨਹੀਂ ਸੀ ਮਿਲੀ। ਬਾਅਦ ਦੇ ਵਿੱਚ ਫਿਰ ਇਹਨੂੰ ਇਜਾਜ਼ਤ ਕਿੱਥੋਂ ਮਿਲਦੀ ਹੈ? ਸੁਪਰੀਮ ਕੋਰਟ ਚੋਂ ਇਜਾਜ਼ਤ ਮਿਲ ਗਈ ਸੀ। ਫਿਰ ਇਹ ਉਸ ਘਰ ਦੇ ਵਿੱਚ ਵੀ ਚਲੀ ਗਈ ਸੀ। ਲੇਕਿਨ ਇੱਕ ਉਹਦੇ ਚ ਜਿਹੜੀ ਹੈਗੀ ਹੈ ਲੈਲਾ ਕਬੀਰ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਈ, ਜੇ ਲੈਲਾ ਕਬੀਰ ਤੋਂ ਫਿਰ ਉਹ ਲੈਲਾ ਫਰਨਾਂਡਜ਼ ਬਣ ਗਈ ਸੀ। ਤੇ ਉਹਨੇ ਜਿਹੜੀ ਪਹਿਲਾਂ ਇੱਕ ਪਾਵਰ ਆਫ ਅਟਾਰਨੀ ਜਾਂ ਵਸੀਅਤ ਵਗੈਰਾ ਜੋ ਕੁਝ ਕੀਤਾ ਹੋਇਆ ਸੀਗਾ ਜਯਾ ਜੈਤਲੀ ਦੇ ਨਾਂ ਤੇ ਜੀ ਜੀ, ਉਹ ਤੁੜਵਾ ਦਿੱਤਾ ਸੀ ਤੇ ਆਪਣੇ ਘਰ ਵਾਲੇ ਤੋਂ ਆਪਣੇ ਹੱਕ ਵਿੱਚ ਸਾਰਾ ਕੁਝ ਕਰਵਾ ਲਿਆ ਸੀ। ਇਹਦੇ ਚ ਹੁਣ ਜੀ ਚਲੋ ਜੋ ਕਰਤਾ ਕਰਾਤਾ ਸਾਰਾ ਕੁਝ ਹੋ ਗਿਆ, ਪਰ ਵੱਡੀ ਗੱਲ ਇਹ ਹੈ ਕਿ ਹਮੇਸ਼ਾ ਜਿਹੜੀ ਆਪਾਂ ਪਹਿਲਾਂ ਵੀ ਕਹਿੰਦੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਕਾਨੂੰਨ ਜਿਹੜਾ ਹਮੇਸ਼ਾ ਜਿਹੜਾ ਹੈ ਨਾ ਛੋਟੇ ਬੰਦੇ ਨੂੰ ਜ਼ਿਆਦਾ ਤੰਗ ਕਰਦਾ, ਵੱਡੇ ਬੰਦੇ ਜਿਹੜੇ ਆਪਣੇ ਪੈਸੇ ਦੀ ਪਹੁੰਚ ਤੇ ਆਪਣੀ ਪੋਲੀਟੀਕਲ ਪਹੁੰਚ ਦੇ ਉੱਤੇ ਉਹ ਕਾਨੂੰਨ ਨੂੰ ਜਿਹੜਾ ਹੈਗਾ ਠੈਂਗਾ ਦਿਖਾ ਦਿੰਦੇ ਨੇ। ਆਪਾਂ ਪੰਜਾਬੀ ਚ ਕਹਿ ਦਈਏ ਗੂਠਾ ਦਿਖਾ ਦਿੰਦੇ ਆ। ਔਰ ਇੱਥੇ ਵੀ ਤੁਸੀਂ ਦੇਖੋ ਕਿ ਕਿੰਨਾ ਲੰਬਾ ਸਮਾਂ ਹੁਣ ਜਦੋਂ ਹਾਈ ਕੋਰਟ ਦੇ ਵਿੱਚੋਂ ਜਾ ਕੇ ਪਤਾ ਨਹੀਂ ਜਦੋਂ ਕੀ ਫੈਸਲਾ ਹੋਣਾ ਹੈ ਉਦੋਂ ਤੱਕ ਜਯਾ ਜੈਤਲੀ ਨੇ ਰਹਿਣਾ ਵੀ ਹੈ ਜਾਂ ਨਹੀਂ ਰਹਿਣਾ। ਵੈਸੇ ਚਾਹੀਦਾ ਇਹ ਸੀਗਾ ਕਿ ਇਹਦਾ ਫੈਸਲਾ ਬਹੁਤ ਛੇਤੀ ਹੋਣਾ ਚਾਹੀਦਾ ਸੀ,
ਕਿਉਂਕਿ ਭਾਰਤ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਸੀ ਸਟਿੰਗ ਆਪਰੇਸ਼ਨ ਦਾ ਜੀ। ਔਰ ਇਹਦੇ ਤੋਂ ਸਾਡਾ ਮਤਲਬ ਪ੍ਰੋਫੈਸ਼ਨ ਹੈ, ਇਸ ਪ੍ਰੋਫੈਸ਼ਨ ਨੂੰ ਵੀ ਕਾਫੀ ਉਤਸ਼ਾਹ ਮਿਲਣਾ ਸੀ। ਕਰਦੇ ਆ ਲੋਕ ਸਟਿੰਗ ਹਾਂਜੀ ਆਪਰੇਸ਼ਨ। ਹਾਂਜੀ। ਹੁਣ ਤਾਂ ਸਟਿੰਗ ਇਹ ਕਰਨ ਲੱਗ ਗਏ, ਜੇ ਤੁਸੀਂ ਆਪਾਂ ਇੱਕ ਦੂਜੇ ਦੀ ਗੱਲ ਕਰਦੇ ਆ ਆਟੋਮੈਟਿਕਲੀ ਰਿਕਾਰਡ ਹੋ ਜਾਂਦੀ ਹੈ। ਥਾਣੇਦਾਰ ਵਾਲਾ ਤਾਂ ਕੰਮ ਨਿਕਲ ਹੀ ਪਿਆ, ਤਾਂ ਲੋੜ ਹੀ ਨਹੀਂ ਸਟਿੰਗ ਦੀ। ਹਾਂ, ਬਾਅਦ ਦੇ ਵਿੱਚ ਕਹਿ ਦਿੰਦੇ ਆ ਦੇਖੋ ਜੀ ਇਹ ਤਾਂ ਤੁਹਾਡਾ ਜਿਹੜਾ ਹੈਗਾ ਅਸੀਂ ਆ ਸਟਿੰਗ ਆਪਰੇਸ਼ਨ ਕਰ ਲਿਆ। ਸਟਿੰਗ ਆਪਰੇਸ਼ਨ ਇਹ ਨਹੀਂ ਹੁੰਦਾ। ਸਟਿੰਗ ਆਪਰੇਸ਼ਨ ਉਹ ਸੀ ਜਿਹੜੀ ਤਹਿਲਕਾ ਦੀ ਟੀਮ ਨੇ ਕੀਤਾ ਸੀ। ਜੀ 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 ਜੀ, ਜਿਹਦਾ ਇਹ ਡਰਾਫਟ ਸੀਨ ਹੋਇਆ ਹੁਣ ਜੀ। ਤੇ ਹੁਣ ਗੱਲ ਕਰੀਏ ਜੀ ਰਾਜਸਥਾਨ ਦੇ ਕਾਂਗਰਸੀ ਵਿਧਾਇਕਾਂ ਦੀ। ਕਹਿੰਦੇ ਉਹਨਾਂ ਨੂੰ ਘਰਾਂ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਜਿੰਨੀ ਦੇਰ ਸੈਸ਼ਨ ਨਹੀਂ ਹੁੰਦਾ। ਨਹੀਂ ਜੀ, ਹੁਣ ਤਾਂ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਜਾਣ ਨਹੀਂ ਦਿੰਦੇ, ਸਗੋਂ ਕਾਂਗਰਸ ਦੇ ਜਿਹੜੇ ਲੀਡਰ ਆ ਉਹ ਇਹ ਦਾਅਵਾ ਕਰਦੇ ਕਿ ਸਾਡੇ ਵਿਧਾਇਕ ਪਾਰਟੀ ਪ੍ਰਤੀ ਇੰਨੇ ਕਮਿਟਡ ਹੈ। ਅੱਛਾ ਜੀ। ਇਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਆਪਣਾ ਤੀਆਂ ਦਾ ਤਿਉਹਾਰ ਵੀ ਆ ਗਿਆ, ਇੱਕ ਦਾ ਮੇਰੇ ਖਿਆਲ ਬਕਰੀਦ ਵਗੈਰਾ ਦਾ ਵੀ ਆਉਂਦਾ, ਕੁਝ ਲੋਕ ਮੁਸਲਮਾਨ ਵੀ ਹੋਣਗੇ ਜੀ। ਇਹਨਾਂ ਨੇ ਕਹਿੰਦੇ ਫੈਸਲਾ ਕਰ ਲਿਆ ਕਿ ਜਿੰਨੀ ਦੇਰ ਤੱਕ ਕੱਟਾ ਕੱਟੀ ਨਿਕਲਦਾ ਨਹੀਂ ਅਸਾਂ ਨਾ ਆਪਣੇ ਘਰ ਵੜਨਾ। ਔਰ ਇਹ ਕਹਿੰਦੇ ਵੀ ਹੁਣ ਇਹ ਇਸੇ ਕਰਕੇ ਕਹਿੰਦੇ ਪਹਿਲਾਂ ਉਹਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਜਿਹੜੇ ਹੋਟਲ 'ਚ ਬੈਠੇ ਹਾਂ ਜੈਪੁਰ ਉੱਥੇ ਹੀ ਰਵਾਂਗੇ ਜੀ। ਲੇਕਿਨ ਹੁਣ ਲੇਟੈਸਟ ਨਿਊਜ਼ ਆ ਰਹੀ ਹੈ ਕਿ ਜੈਪੁਰ ਤੋਂ ਜਿਹੜੀਆਂ ਫੌਜਾਂ ਨੇ ਛਾਉਣੀ ਚੱਕ ਲਈ ਹੈ ਔਰ ਉਹ ਚਲੇ ਗਏ ਜੈਸਲਮੇਰ। ਅੱਛਾ ਜੀ। ਜਹਾਜ਼ਾਂ ਦੇ ਉੱਤੇ ਚੜ੍ਹ ਕੇ ਜੈਸਲਮੇਰ ਗਏ ਆ ਤੇ ਜੈਸਲਮੇਰ ਜਾ ਕੇ ਉਹ ਜਿਹੜਾ ਹੈਗਾ 14 ਤਾਰੀਖ ਤੱਕ ਉਹਨਾਂ ਨੇ ਉੱਥੇ ਹੀ ਰਹਿਣਾ, ਸੈਸ਼ਨ ਵਾਲੇ ਦਿਨ ਹੀ ਆਉਣਗੇ। ਅੱਛਾ ਅੱਛਾ ਅੱਛਾ। ਲੇਕਿਨ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਕਿ ਭਾਵੇਂ ਇਹ ਬਾਹਰ ਨਿਕਲ ਕੇ ਆਪ ਕਿਸੇ ਕਿਸਮ ਦਾ ਤਿਉਹਾਰ ਨਹੀਂ ਮਨਾਉਣਗੇ, ਲੇਕਿਨ ਅਗਰ ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਨੂੰ ਮਿਲਣਾ ਚਾਹੁੰਦੇ ਆ ਜੀ ਤਾਂ ਉਹ ਮਿਲਣ ਵਾਸਤੇ ਆ ਸਕਦੇ ਆ, ਉਹਨਾਂ ਨੂੰ ਮਿਲਾ ਲਵਾਂਗੇ ਜੀ। ਹੁਣ ਅੱਗੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਉਹ ਇੰਨੀ ਕਮਿਟਡ ਹੈ, ਜੇ ਉਹ ਇੰਨੀ ਪ੍ਰਤੀਬੱਧ ਹੈ, ਆਪਣੀ ਪਾਰਟੀ ਦੇ ਨਾਲ ਖੜੇ ਹੈ ਜੀ, ਫਿਰ ਉਹਨੂੰ ਹੋਟਲ 'ਚ ਰੱਖਣ ਦੀ ਕੀ ਲੋੜ ਸੀ? ਅਸਲ ਦੇ ਵਿੱਚ ਦੋਵਾਂ ਧਿਰਾਂ ਨੂੰ, ਚਾਹੇ ਅਸ਼ੋਕ ਗਹਿਲੋਤ ਹੈ ਤੇ ਚਾਹੇ ਸਚਿਨ ਪਾਇਲਟ ਹੈ ਜੀ, ਉਹਨਾਂ ਦੇ ਕੋਲੇ ਬੰਦੇ ਜ਼ਰੂਰ ਹੈ, ਬੰਦੇ ਉਹਨਾਂ ਦੇ ਨਾਲ ਵੀ ਖੜੇ ਆ, ਉਹਨਾਂ ਨੇ ਕਾਬੂ ਕੀਤਾ ਹੋਇਆ। ਉਹਨਾਂ ਨੂੰ ਆਪਾਂ ਕਹਾਂਗੇ ਵੀ ਜਿਵੇਂ ਭੇਡਾਂ ਨੂੰ ਵਾੜਿਆਂ 'ਚ ਵੜਿਆ ਹੁੰਦਾ, ਵਾੜਿਆਂ 'ਚ ਵੜਿਆ ਹੋਇਆ ਜੀ। ਲੇਕਿਨ ਯਕੀਨ ਦੋਨਾਂ ਧਿਰਾਂ ਨੂੰ ਨਹੀਂ ਜੀ। ਇਹ ਤੁਸੀਂ ਦੇਖਿਆ ਹੋਣਾ ਕਿ ਅਸ਼ੋਕ ਗਹਿਲੋਤ ਹੋਰਾਂ ਦਾ ਬਿਆਨ ਵੀ ਅੱਜ ਅਖਬਾਰਾਂ ਦੇ ਵਿੱਚ ਲੱਗਿਆ ਕਿ ਹਾਰਸ ਟ੍ਰੇਡਿੰਗ ਦਾ ਰੇਟ ਬਹੁਤ ਵੱਧ ਗਿਆ। ਪਹਿਲਾਂ ਉਹ ਕਹਿੰਦੇ ਪਹਿਲੀ ਕਿਸ਼ਤ ਜਿਹੜੀ ਆ 10-10 15-15 ਕਰੋੜ ਰੁਪਏ ਦੀ ਦਿੱਤੀ ਸੀ ਤੇ ਉਹਦਾ ਕਹਿੰਦੇ ਵੀ ਹਜਮ ਹੋਣ ਵਾਲੀ ਗੱਲ ਹੋ ਗਈ ਤੇ ਹੁਣ ਹੋਰ ਰੇਟ ਵਧਾ ਦਿੱਤਾ ਹੈ ਕਿ ਕਿਤੇ ਬੰਦੇ ਭੱਜ ਨਾ ਜਾਣ ਜੀ, ਕਿਉਂਕਿ ਇਹਨਾਂ ਵਾਲੇ ਤਾਂ ਹੁਣ ਇਹਨਾਂ ਦੇ ਕਾਬੂ 'ਚ ਹੈ। ਇਹ ਭੱਜਣ ਦਾ ਖਤਰਾ ਤਾਂ ਇਹਦਾ ਮਤਲਬ ਹੈ ਵੀ ਜਿਹੜੇ ਸਚਿਨ ਪਾਇਲਟ ਵਾਲੇ ਆ ਉਹਨਾਂ ਦਾ ਹੋਇਆ ਹੈ ਜੀ। ਕੁੱਲ ਮਿਲਾ ਕੇ ਚਲੋ ਠੀਕ ਹੈ। ਆਪਾਂ ਆਡੀਓ ਵੀ ਵਾਇਰਲ ਹੋਈ ਪਈ ਉਹਨਾਂ ਦੀ ਇੱਕ ਅੱਧੀ, ਕਹਿੰਦੇ ਬਣੇ ਉਹ ਵੀ ਕਾਫੀ ਚਰਚਾ, ਕਹਿੰਦੀ ਜਦੋਂ ਨੂੰ ਤੁਸੀਂ ਇੱਕ ਠੀਕ ਕਰਦੇ ਹੋ ਦੂਜਾ ਭੱਜ ਜਾਂਦਾ, ਸਪੀਕਰ ਦੀ ਤੇ ਇੱਕ ਕਿਸੇ ਦੀ। ਨਹੀਂ, ਉਹ ਆਡੀਓ ਜਿਹੜੀ ਹੈਗੀ ਹੈ ਜੀ, ਉਹ ਆਡੀਓ ਹੈਗੀ ਉਹਨਾਂ ਦੀ ਤੁਹਾਡੀ ਸਪੀਕਰ ਦੀ ਤੇ ਸ਼ੇਖਾਵਤ ਦੇ ਬੇਟੇ ਦੀ ਜੀ। ਸਪੀਕਰ ਦਾ ਸ਼ਾਇਦ ਜਨਮ ਦਿਨ ਸੀ ਤੇ ਸ਼ੇਖਾਵਤ ਦਾ ਮੁੰਡਾ ਉਹਨੂੰ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਗਿਆ ਸੀ। ਅੱਛਾ ਜੀ। ਉੱਥੇ ਜਿਹੜੀ ਗੱਲਬਾਤ ਹੋਈ ਹੈ ਨਾ, ਉੱਥੇ ਸਪੀਕਰ ਕਹਿ ਰਿਹਾ ਸ਼ੇਖਾਵਤ ਦੇ ਮੁੰਡੇ ਨੂੰ ਕਿ ਜੇ 30 ਵਿਧਾਇਕ ਚਲੇ ਜਾਂਦੇ ਫਿਰ ਸਰਕਾਰ ਬਚਾਉਣੀ ਬੜੀ ਮੁਸ਼ਕਲ ਹੋ ਜਾਣੀ ਸੀ ਜੀ। ਚੰਗਾ ਹੋ ਗਿਆ 30 ਨਹੀਂ ਗਏ, ਘੱਟ ਗਏ ਕਿਉਂਕਿ ਉਹਨਾਂ ਕੋਲ 19 ਗਏ ਆ। ਤਾਂ ਕਾਂਗਰਸ ਪਾਰਟੀ ਵਾਲੇ ਤੇ 3 ਹੈਗੇ ਇੰਡੀਪੈਂਡੈਂਟ ਜੀ, ਚਲੋ 3 ਉਹ ਵੀ ਪਾ ਲਈਏ ਤੇ 22 ਹੋ ਗਈ। ਇਹਦਾ ਮਤਲਬ 8 ਦੀ ਕਮੀ ਹੈਗੀ ਹੈ। ਸਪੀਕਰ ਵਾਰ-ਵਾਰ ਉਹਨੂੰ ਇਹ ਗੱਲ ਕਹਿੰਦਾ ਹੈ ਜੀ। ਹਾਲਾਂਕਿ ਜਿਹੜਾ ਹੈਗਾ ਉਹ ਇੱਕ ਦੂਜੇ ਦਾ ਨਾਂ ਨਹੀਂ ਲੈਂਦੇ, ਲੇਕਿਨ ਕਿਉਂਕਿ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਕਿਹਦੀ ਆਵਾਜ਼ ਹੈ। ਜੇ ਸਪੀਕਰ ਦੇ ਘਰੇ ਇਹ ਚੀਜ਼ ਰਿਕਾਰਡ ਹੋਈ ਹੈ ਤਾਂ ਮਤਲਬ ਰਿਕਾਰਡਿੰਗ ਉੱਥੇ ਕੋਈ ਚੀਜ਼ਾਂ ਬੰਦਾ ਕਰ ਰਿਹਾ ਸੀ ਜੀ। ਇਹ ਵੀ ਗੱਲ ਇਹ ਵੀ ਹੁਣ ਹੈ ਕਿਉਂਕਿ ਨਾ ਤਾਂ ਜਿਹੜਾ ਉਹ ਗਹਿਲੋਤ ਦਾ ਲੜਕਾ ਇਹਨੂੰ ਜਨਤਕ ਕਰੇ, ਨਾ ਹੀ ਵਾਇਰਲ ਕਰੇ ਇਹਨੂੰ ਸਪੀਕਰ। ਉਹਨਾਂ ਨੂੰ ਤਾਂ ਲੋੜ ਨਹੀਂ, ਉਹਨੂੰ ਉਲਟੀ ਪੈ ਜਾਣੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਹੁਣ ਇਹ ਇਲਜ਼ਾਮ ਲਾਉਂਦੇ ਆ ਕਿ ਸਪੀਕਰ ਨੇ, ਜਿਹੜਾ ਸਪੀਕਰ ਦਾ ਰੁਤਬਾ ਹੈ, ਉਹਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਇੱਕ ਸਧਾਰਨ ਮੁੰਡਾ ਜਿਹਦਾ ਲਾਗਾ ਤੇ ਗਈ ਨਹੀਂ ਹੈ ਇਹਦੇ ਨਾਲ, ਉਹਦੇ ਸਾਹਮਣੇ ਇਹ ਗੱਲਾਂ ਬਾਤਾਂ ਕਿਉਂ ਕੀਤੀਆਂ? ਹੁਣ ਇਹ ਗੱਲਾਂ ਵੀ ਖੁੱਲ ਕੇ ਸਾਹਮਣੇ ਆ ਰਹੀਆਂ ਕਿ ਜਿਹੜਾ ਹੈਗਾ ਇਹਦਾ ਸ਼ਾਇਦ ਜਿਹੜਾ ਗਹਿਲੋਤ ਦਾ ਮੁੰਡਾ ਹੈ ਉਹਨੂੰ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਹੋਇਆ ਜੀ, ਔਰ ਉਹਦੇ ਵਾਸਤੇ ਕੁਰਸੀ ਵੀ ਕਹਿੰਦੇ ਸਪੀਕਰ ਸਾਹਿਬ ਨੇ ਆਪਦੇ ਵਾਲੀ ਖਾਲੀ ਕੀਤੀ ਸੀ ਵੀ ਭਾਈ ਮੈਂ ਛੱਡਤੀ ਤੇ ਤੂੰ ਆ ਕੇ ਬਹਿ ਜਾ ਇੱਥੇ। ਪ੍ਰੇਮ ਕਹਿੰਦੇ ਦੋਨਾਂ ਦਾ ਬੜਾ ਨਿੱਘਾ ਹੈ। ਇਲਜ਼ਾਮ ਵੀ ਲੱਗ ਰਹੇ ਆ, ਪਰ ਗੱਲ ਤਾਂ ਇਹ ਹੈ ਕਿ ਇਹ ਜੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਦੋਨਾਂ ਖੇਮਿਆਂ ਦੇ ਵਿੱਚ ਗੜਬੜ ਤਾਂ ਹੈਗੀ ਹੈ ਨਾ। ਬਿਲਕੁਲ ਕਿਉਂਕਿ ਜਿਹਨੇ ਰਿਕਾਰਡ ਕੀਤੀ ਉਹ ਗੱਲ ਉਹ ਬਾਹਰ ਆਈ ਵੀ ਹੈ, ਇਹ ਆਪਦੀ ਥਾਂ ਦੇ ਤੇ। ਖੈਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਮੇਰਾ ਖਿਆਲ ਵੀ ਇਹ ਭਾਰਤੀ ਜਮਹੂਰੀਅਤ ਦਾ ਜਨਾਜ਼ਾ ਇਦੋਂ ਵੱਡਾ ਕੋਈ ਹੋਰ ਨਿਕਲ ਨਹੀਂ ਸਕਦਾ। ਦੁਨੀਆ ਦੇਖਦੀ ਹੈ ਕਿ ਬੰਦਿਆਂ ਨੂੰ ਇੱਕ ਕਿਸਮ ਦਾ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਔਰ ਇਹਦੇ ਲਈ ਜੇ ਦਾਨੇਵਾਲੀਆ ਸਾਹਿਬ ਆਪਾਂ ਕਹੀਏ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਜੀ?
ਮੇਰਾ ਖਿਆਲ ਹੈ ਵੀ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਹੈ। ਸਚਿਨ ਪਾਇਲਟ ਜਿਹੜਾ ਹੈਗਾ, ਸਚਿਨ ਪਾਇਲਟ ਬੜਾ ਹੋਣਹਾਰ ਨੌਜਵਾਨ ਸੀ, ਬਹੁਤ ਵਧੀਆ ਤਰੀਕੇ ਨਾਲ ਉਹਨੇ ਕੰਮ ਕੀਤਾ ਔਰ ਛੋਟੀ ਉਮਰ ਦੇ ਵਿੱਚ ਉਹਨੂੰ ਪੋਜੀਸ਼ਨਾਂ ਵੀ ਬਹੁਤ ਵਧੀਆ ਮਿਲਦੀਆਂ ਰਹੀਆਂ ਜੀ ਜੀ। ਲੇਕਿਨ ਉਹਨੂੰ ਕਾਹਲੀ ਇਹ ਹੈ ਕਿ ਮੈਂ ਛੇਤੀ ਮੁੱਖ ਮੰਤਰੀ ਬਣਾ। ਦੂਜੇ ਪਾਸੇ ਜਿਹੜੇ ਅਸ਼ੋਕ ਗਹਿਲੋਤ ਸਾਹਿਬ ਹੈ, ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਰਾਜਨੀਤੀ ਦੇ ਜਾਦੂਗਰ ਹੈ। ਜੀ ਬਿਲਕੁਲ। ਉਹ ਜਾਦੂਗਰ ਦੀ ਸਥਿਤੀ ਹੈ ਕਿ ਭਾਵੇਂ ਜਿਹੜੀਆਂ ਟਿਕਟਾਂ ਤਾਂ ਸਚਿਨ ਪਾਇਲਟ ਦੀ ਪ੍ਰਧਾਨਗੀ ਦੇ ਵਿੱਚ ਅਲਾਟ ਕੀਤੀਆਂ ਗਈਆਂ ਸੀ, ਇਹਦੇ ਬਾਵਜੂਦ ਬਹੁਤ ਗਿਣਤੀ ਦੀ ਹਮਾਇਤ ਉਹਨੂੰ ਮਿਲੀ ਹੋਈ ਹੈ ਜੀ। ਉਹ ਇਹਦਾ ਮਤਲਬ ਇਹ ਨਹੀਂ ਉਹਦੇ ਜਾਦੂ ਨੇ ਅਸਰ ਕੀਤਾ, ਕੁਛ ਨਾ ਕੁਛ ਤਾਂ ਕੀਤਾ ਹੀ ਹੈ ਕਿ ਬਹੁ ਗਿਣਤੀ ਉਹਨੂੰ ਚੰਗਾ ਸਮਝਦੇ। ਜੇ ਹੁਣ ਬਹੁ ਗਿਣਤੀ ਨੂੰ ਇਗਨੋਰ ਕਰਕੇ ਸਚਿਨ ਪਾਇਲਟ ਨੂੰ ਫਰਜ਼ ਕਰੋ ਬਣਾ ਵੀ ਦਿੰਦੇ ਤੇ ਕਿੰਨੇ ਦਿਨ ਕੱਟਣਾ ਸਰਕਾਰ ਫਿਰ ਡਿੱਗ ਪੈਣੀ ਸੀ। ਬਿਲਕੁਲ ਬਿਲਕੁਲ। ਹੁਣ ਸਚਿਨ ਪਾਇਲਟ ਇਸ ਗੱਲ ਦੇ ਉੱਤੇ ਹੋ ਗਿਆ। ਪਹਿਲੀ ਗੱਲ ਤਾਂ ਕਿ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹਦੇ ਲਈ ਜ਼ਿੰਮੇਵਾਰ ਹੈ ਜੀ। ਰਾਹੁਲ ਗਾਂਧੀ ਨੇ ਪਹਿਲਾਂ ਇਹ ਜਿਹੜਾ ਵਹਿਮ ਕਿਉਂ ਪੈਦਾ ਕੀਤਾ ਸਚਿਨ ਪਾਇਲਟ ਨੂੰ ਤੇ ਆਪਣੇ ਨੂੰ ਜੋਤਿਰਆਦਿੱਤਿਆ ਸਿੰਧੀਆ ਨੂੰ ਕਿ ਜੇ ਆਪਾਂ ਜਿੱਤ ਗਏ ਤਾਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਪੁਰਾਣੇ ਬੰਦੇ ਹੈ ਜੀ, ਜਿਹੜੇ ਤਜਰਬੇਕਾਰ ਆ, ਉਹਨਾਂ ਦੇ ਕੋਲੇ ਇੱਕ ਆਪਣਾ ਤਜਰਬਾ, ਉਹਨਾਂ ਦਾ ਇੱਕ ਆਪਣਾ ਬੇਸ ਹੈ, ਤੁਸੀਂ ਬੰਦੇ ਨਹੀਂ ਪਟ ਸਕਦੇ ਉਹਨਾਂ ਦੇ ਨਾਲ। ਬੰਦੇ ਉਹਨਾਂ ਦੇ ਨਾਲ ਆ। ਤੁਹਾਡੇ ਯਾਦ ਉਹਨਾਂ ਆਪਾਂ ਪਹਿਲਾਂ ਵੀ ਖਬਰ ਇੱਕ ਵਾਰੀ ਡਿਸਕਸ ਕੀਤੀ ਸੀ। ਇੱਕ ਵਾਰੀ ਇਹ ਜਿਹੜਾ ਹੈਗਾ ਐਕਸਪੈਰੀਮੈਂਟ ਰਾਹੁਲ ਗਾਂਧੀ ਦੀ ਮਾਂ ਨੇ ਵੀ ਕਰਨ ਦਾ ਯਤਨ ਕੀਤਾ ਸੀ ਜਦੋਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਹੋਈਆਂ ਸੀ ਜੀ, ਔਰ ਅਬਜ਼ਰਵਰ ਲਾਤੇ ਦਿੱਲੀ ਤੋਂ। ਅਬਜ਼ਰਵਰਾਂ ਨੂੰ ਹੁਕਮ ਦੇ ਦਿੱਤਾ ਕਿ ਸਾਰੇ ਜਿਹੜੇ ਹੈਗੇ MLA ਇਹਨਾਂ ਨੂੰ ਚੁੱਕ ਕੇ ਤੁਸੀਂ ਲੈ ਆਓ ਦਿੱਲੀ ਤੇ ਦਿੱਲੀ ਫੈਸਲਾ ਕਰਾਂਗੇ ਜੀ। ਉਹਨਾਂ ਦਿਨਾਂ ਦੇ ਵਿੱਚ ਸੋਨੀਆ ਗਾਂਧੀ ਚਾਹੁੰਦੀ ਸੀ ਕਿ ਵਿਦਿਆ ਸਟੋਕਸ ਨੂੰ ਇੱਥੇ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਲੇਕਿਨ ਵੀਰਭੱਦਰ ਸਿੰਘ ਦੇ MLA ਇਸ ਗੱਲ ਤੇ ਅੜ ਗਏ ਕਿ ਨਹੀਂ ਜੀ, ਫੈਸਲਾ ਜਿਹੜਾ ਹੈਗਾ ਉਹ ਦਿੱਲੀ ਨਹੀਂ ਹੋਊਗਾ, ਸ਼ਿਮਲੇ 'ਚ ਹੋਊਗਾ ਜੀ। ਔਰ ਸ਼ਿਮਲੇ ਦੇ ਵਿੱਚ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਜੀ ਸਾਡਾ ਲੀਡਰ ਜਿਹੜਾ ਹੈਗਾ ਉਹ ਵੀਰਭੱਦਰ ਸਿੰਘ ਹੈ, ਅਸੀਂ ਵੀਰਭੱਦਰ ਸਿੰਘ ਨੂੰ ਮੰਨਦੇ ਹਾਂ ਜੀ। ਚਾਹੁਣ ਦੇ ਬਾਵਜੂਦ ਵੀ ਵਿਦਿਆ ਸਟੋਕਸ ਨੂੰ ਨਹੀਂ ਬਣਾ ਸਕੀ ਸੀ ਸੋਨੀਆ ਗਾਂਧੀ ਜੀ ਜੀ। ਇੱਕ ਵਾਰੀ ਫਰਕ ਕਰੋ ਤਜਰਬਾ, ਜੇ ਇੱਕ ਮਾਂ ਨੇ ਤਜਰਬਾ ਕਰਕੇ ਦੇਖ ਲਿਆ ਤਾਂ ਪੁੱਤ ਨੂੰ ਤਜਰਬਾ ਨਹੀਂ ਸੀ ਕਰਨਾ। ਪਹਿਲੀ ਗੱਲ ਤਾਂ ਇਹ ਇਹਨਾਂ ਦੀ ਹਾਈ ਕਮਾਂਡ ਜ਼ਿੰਮੇਵਾਰ ਹੈ ਜੀ ਜੀ। ਇਹ ਦੋਨੋਂ ਜ਼ਿੰਮੇਵਾਰ ਤਾਂ ਹੈ। ਪਰ ਤੀਜੀ ਗੱਲ ਜਿਹੜੀ ਹੈਗੀ ਹੈ, ਭਾਰਤੀ ਜਨਤਾ ਪਾਰਟੀ ਜਿਹੜੀ ਜਿੱਦਣ ਦੀ ਹੋਂਦ ਵਿੱਚ ਆਈ ਵੀ ਹੈ, ਹਕੂਮਤ ਦੇ ਵਿੱਚ ਆਈ ਵੀ ਹੈ, ਉਦੋਂ ਤੋਂ ਲੈ ਕੇ ਜਿਨ੍ਹਾਂ ਰਾਜਾਂ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਨਹੀਂ ਬਣੀਆਂ, ਉਹਨਾਂ ਸਰਕਾਰਾਂ ਨੂੰ ਤੋੜਨ ਤੇ ਲੱਗੀ ਹੋਈ ਹੈ ਜੀ। ਪਿਛਲੇ ਸਮੇਂ ਤੁਸੀਂ ਦੇਖੋ ਨਾ, ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ 3 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਤੇ ਕਾਂਗਰਸ ਪਾਰਟੀ ਜਿੱਤ ਗਈ ਸੀ ਜੀ। ਉਹਨਾਂ ਦੇ ਵਿੱਚ ਤਿੰਨਾਂ ਨੂੰ ਹੀ ਡੀਸਟੇਬਲਾਈਜ਼ ਕਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਆਪਾਂ ਮਤਲਬ ਕੱਢ ਦਈਏ। ਮੱਧ ਪ੍ਰਦੇਸ਼ ਤਾਂ ਹੋਈ ਹੈ, ਠੀਕ ਹੈ ਨਾ, ਰਾਜਸਥਾਨ 'ਚ ਹੁੰਦਾ ਰਹਿ ਗਿਆ, ਬਚ ਗਿਆ, ਕਰਨਾਟਕਾ ਵਗੈਰਾ 'ਚ ਵੀ ਹੋ ਗਿਆ। ਕਿੰਨੀਆਂ ਜਿੰਨੇ ਵੀ ਸਟੇਟਾਂ ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਨੂੰ ਡੀਸਟੇਬਲਾਈਜ਼ ਕਰਦੇ ਆ ਜੀ। ਔਰ ਇਹ ਜਿਹੜੇ ਡੀਸਟੇਬਲਾਈਜ਼ ਕਰਦੇ ਕੀ ਪ੍ਰਧਾਨ ਮੰਤਰੀ ਨੂੰ ਦਿਖਦਾ ਨਹੀਂ। ਜੇ ਸਾਡੇ ਦੇਸ਼ ਦੀ ਅੱਜ ਖਿੱਲੀ ਵਿਦੇਸ਼ਾਂ ਦੇ ਵਿੱਚ ਪੁੱਟੀ ਜਾ ਰਹੀ ਹੈ ਕਿ ਬੰਦੀ ਬਣਾਇਆ ਹੋਇਆ ਵਿਧਾਇਕਾਂ ਨੂੰ, ਤਾਂ ਮੇਰੇ ਖਿਆਲ ਮੁਤਾਬਕ ਪ੍ਰਧਾਨ ਮੰਤਰੀ ਵੀ ਇਹਦੇ ਲਈ ਰਿਸਪੌਂਸਿਬਲ ਹੈ, ਜਵਾਬਦੇਹੀ ਉਹਨਾਂ ਦੀ ਵੀ ਬਣਦੀ ਜੀ। ਅਗਲੀ ਗੱਲ ਜਿਹੜੀ ਦਾਨੇਵਾਲੀਆ ਸਾਹਿਬ, ਸਾਡੀਆਂ ਜਿਹੜੀਆਂ ਕੰਸਟੀਟਿਊਸ਼ਨਲ ਪੋਸਟਾਂ ਦੇ ਉੱਤੇ ਚੁਣੇ ਹੋਏ ਲੋਕ ਬੈਠੇ ਹੈ, ਉਹਨਾਂ ਤੇ ਵੀ ਗੱਲ ਆਉਂਦੀ ਹੈ। ਉਹ ਚਾਹੇ ਸਪੀਕਰ ਹੋਵੇ, ਚਾਹੇ ਗਵਰਨਰ ਹੋਵੇ ਜੀ, ਚਾਹੇ ਜੁਡੀਸ਼ਰੀ ਵੀ ਕਿਉਂ ਨਾ ਹੋਵੇ ਜੀ। ਇੱਥੇ ਮੇਰਾ ਖਿਆਲ ਹੈ ਵੀ ਇਹ ਤਿੰਨੇ ਚਾਰੇ ਐਕਸਪੋਜ਼ ਹੋਏ ਹੈ। ਜੁਡੀਸ਼ਰੀ ਵੀ ਐਕਸਪੋਜ਼ ਹੋਈ ਹੈ, ਸਪੀਕਰ ਵੀ ਐਕਸਪੋਜ਼ ਹੋਇਆ ਹੈ, ਔਰ ਜਿਹੜਾ ਹੈਗਾ ਤੁਹਾਡਾ ਗਵਰਨਰ ਰਾਜ ਭਵਨ ਵੀ ਐਕਸਪੋਜ਼ ਹੋਇਆ ਜੀ। PMO ਵੀ ਇਹਦੇ ਵਿੱਚ ਸਾਰਾ ਕੁਝ ਰਲ ਮਿਲ ਕੇ। ਤਾਂ ਇਹ ਜਿਹੜਾ ਸਾਡਾ ਜਲੂਸ ਨਿਕਲ ਰਿਹਾ, ਅਸੀਂ ਦੁਨੀਆ ਨੂੰ ਦਿਖਾ ਰਹੇ ਹਾਂ ਕਿ ਭਾਵੇਂ 70 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਅਸੀਂ ਇਹ ਕਹਿੰਦੇ ਹਾਂ ਕਿ ਭਾਰਤੀ ਲੋਕਤੰਤਰ ਦੁਨੀਆ ਦੇ ਵਿੱਚ ਇੱਕ ਮਿਸਾਲੀ ਲੋਕਤੰਤਰ ਹੈ ਜੀ। ਪਰ ਮਿਸਾਲੀ ਲੋਕਤੰਤਰ ਦੇ ਵਿੱਚ ਅਸੀਂ ਮਿਸਾਲਾਂ ਕਿਹੋ ਜਿਹੀਆਂ ਪੇਸ਼ ਕਰਦੇ ਹਾਂ? ਮਿਸਾਲਾਂ ਅਸੀਂ ਆਹ ਪੇਸ਼ ਕਰਦੇ ਹਾਂ ਕਿ ਅੱਜ ਇੱਕ ਦੂਜੇ ਨੂੰ ਅਸੀਂ ਆਪ ਕਹਿੰਦੇ ਕਿ ਤੁਸੀਂ ਬੰਦੀ ਬਣਾ ਕੇ ਰੱਖਿਆ, ਤੁਸੀਂ ਬੰਦੇ ਬਣਾ ਕੇ ਬਾਹਰਲੀ ਦੁਨੀਆ ਸਾਡੇ ਤੇ ਹੱਸਦੀ ਹੈ। ਢਿੱਲੋਂ ਸਾਹਿਬ, ਇਹ ਜਦ ਆਪਾਂ ਸ਼ੇਖਾਵਤ ਦਾ ਮੁੰਡਾ ਨਹੀਂ, ਗਹਿਲੋਤ ਦਾ ਲੜਕੇ ਗੱਲ ਸੀ, ਆਪਾਂ ਸ਼ੇਖਾਵਤ ਸਾਹਿਬ ਕਹਿ ਗਏ ਸੀ। ਚਲੋ ਸੌਰੀ, ਮੈਂ ਸ਼ੇਖਾਵਤ ਕਹਿ ਗਿਆ। ਸਾਨੂੰ ਸ਼ੇਖਾਵਤ ਸਾਹਿਬ ਦੀ ਨਹੀਂ, ਗਹਿਲੋਤ ਦਾ ਮੁੰਡਾ ਜਿਹੜਾ ਮਤਲਬ ਸ਼ੇਖਾਵਤ ਤੋਂ ਹਾਰਿਆ ਸੀ। ਹਾਂਜੀ ਹਾਂ। ਜਿਹੜਾ ਗਜਿੰਦਰ ਸਿੰਘ ਸ਼ੇਖਾਵਤ ਹੀ ਹੈ, ਮੇਰਾ ਖਿਆਲ ਜੈਪੁਰ ਤੋਂ ਹੀ ਹਾਰਿਆ ਸੀ ਜੀ 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 ਜੀ। ਇਹ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਉਹੀ ਹੈ ਨਾ, ਅਸਲ ਦੇ ਵਿੱਚ ਪਿਓ ਦਾ ਬਹੁਤਾ ਕੰਮ ਉਹੀ ਕਰਦਾ ਹੈ ਜੀ ਜੀ। ਤੇ ਹੁਣ ਆਪਾਂ ਆ ਜਾਈਏ ਜੀ, ਕਹਿੰਦੇ ਮੰਦਿਰ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਕਰੋਨਾ ਨੇ ਢਾਹ ਲਏ ਜੀ ਆਲੇ ਦੁਆਲੇ ਵਾਲੇ। ਬਿਲਕੁਲ ਜੀ। ਮੰਦਿਰ ਜਿਹੜਾ ਹੈਗਾ ਸਾਡਾ ਅਯੁੱਧਿਆ ਵਾਲਾ ਮੰਦਿਰ, ਅਯੁੱਧਿਆ ਦਾ ਮੰਦਿਰ ਬਣਾਉਣ ਵਾਸਤੇ ਤੁਹਾਨੂੰ ਪਤਾ ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦੀ ਸਭ ਦੀ ਮਾਂ ਜਿਹੜੀ RSS ਹੈ ਜੀ, ਉਹ ਬਹੁਤ ਲੰਬੇ ਸਮੇਂ ਤੋਂ ਲੱਗੀ ਹੈ। 1925 ਦੀ RSS ਬਣੀ ਹੈ ਤੇ ਉਦੋਂ ਤੋਂ RSS ਦਾ ਇਹ ਹੈ ਕਿ ਇੱਥੇ ਜਿੱਥੇ ਬਾਬਰੀ ਮਸਜਿਦ ਸੀ, ਅਸੀਂ ਬਾਬਰੀ ਮਸਜਿਦ ਬਣਾਵਾਂਗੇ ਜੀ। ਬਾਬਰੀ ਮਸਜਿਦ ਵਾਲੀ ਥਾਂ ਦੇ ਉੱਤੇ ਮੰਦਿਰ ਬਣਾਵਾਂਗੇ ਤੇ ਮੰਦਿਰ ਬਣਾਉਣ ਵਾਸਤੇ ਰਥ ਯਾਤਰਾਵਾਂ ਵੀ ਤੋਰੀਆਂ ਗਈਆਂ।
ਉੱਥੇ ਮੂਰਤੀਆਂ ਵੀ ਰਖਵਾਈਆਂ ਗਈਆਂ ਤੇ ਫਿਰ ਬਾਬਰੀ ਮਸਜਿਦ ਨੂੰ ਤੋੜਿਆ ਭੰਨਿਆ ਵੀ ਗਿਆ। ਇਹ ਸਾਰਾ ਕੁਝ ਕੀਤਾ ਕਰਾਇਆ ਜੀ। ਮਾਮਲਾ ਅਦਾਲਤਾਂ 'ਚ ਚਲਿਆ ਗਿਆ। ਅਦਾਲਤਾਂ ਦੇ ਵਿੱਚ ਅਜੇ ਇੱਕ ਕੇਸ ਤਾਂ ਚੱਲੀ ਜਾਂਦਾ ਕਿ ਜਿਨ੍ਹਾਂ ਨੇ ਮਸਜਿਦ ਤੋੜੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਹ ਮਾਮਲਾ ਵੀ ਇਹ ਦੋਸ਼ੀ ਹੈਗੇ ਕਿ ਨਹੀਂ ਹੋਗੇ ਹੈਗੇ ਜੀ, ਇਹ ਮਾਮਲਾ ਕੋਰਟਾਂ ਦੇ ਵਿਚਾਰ ਅਧੀਨ ਹੈ। ਸ਼ਾਇਦ ਅਗਲੇ ਦਿਨਾਂ 'ਚ ਫੈਸਲਾ ਆ ਜੇ। ਲੇਕਿਨ ਉਹ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਸੀ ਕਿ ਜਿਹੜੀ ਇਹ ਜਗ੍ਹਾ ਹੈ ਜੀ, ਇਹ ਜਗ੍ਹਾ ਦੇ ਉੱਤੇ ਭਾਵੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇੱਥੇ ਕਦੇ ਮੰਦਿਰ ਹੁੰਦਾ ਸੀ, ਲੇਕਿਨ ਮਾਮਲਾ ਆਸਥਾ ਦਾ, ਇਸ ਕਰਕੇ ਇੱਥੇ ਮੰਦਿਰ ਬਣਾਇਆ ਜਾਊਗਾ। ਜੀ, ਮੰਦਿਰ ਬਣਾ ਲਓ। ਤੇ ਮੰਦਿਰ ਬਣਾਉਣ ਵਾਸਤੇ ਸਰਕਾਰ ਨੇ ਇੱਕ ਟਰਸਟ ਵੀ ਬਣਾਤਾ। ਉਸ ਟਰਸਟ ਨੇ ਫੈਸਲਾ ਕਰ ਲਿਆ ਕਿ ਹੁਣ ਭੂਮੀ ਪੂਜਨ ਕਹਿ ਲਓ, ਗਰਾਊਂਡ ਬ੍ਰੇਕਿੰਗ ਕਹਿ ਲਓ, ਨੀਂਹ ਪੱਥਰ ਕਹਿ ਲਓ, ਇਹ ਕਹਿੰਦੇ ਜੀ ਅਸੀਂ ਰੱਖਣੇ। ਜੀ। ਇਹਦੇ ਲਈ ਡੇਟ ਚੁਣੀ ਹੈ ਜੀ 5 ਅਗਸਤ। 5 ਅਗਸਤ ਦੀ ਡੇਟ ਚੁਣੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਚੇਚੇ ਤੌਰ ਤੇ ਸੱਦਾ ਦਿੱਤਾ ਸੀ ਟਰਸਟ ਵਾਲਿਆਂ ਨੇ ਵੀ ਤੁਸੀਂ ਆਓ, ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਉਣ ਵਾਸਤੇ ਹਾਂ ਕਰ ਦਿੱਤੀ ਜੀ। ਦੂਜੇ ਜਿਹੜੇ ਲੋਕ ਇਹਦੇ ਵਿੱਚ ਆ ਰਹੇ ਆ ਉਹਨਾਂ 'ਚ RSS ਦਾ ਚੀਫ ਮੋਹਨ ਭਾਗਵਤ ਵੀ ਆ ਰਿਹਾ ਹੈ। ਪਰ ਜਿਨ੍ਹਾਂ ਲੋਕਾਂ ਨੇ ਬਾਬਰੀ ਮਸਜਿਦ ਦੇ ਖਿਲਾਫ ਮੂਵਮੈਂਟ ਸ਼ੁਰੂ ਕੀਤੀ ਸੀ, ਉਹਦੇ ਭੰਨਣ ਤੋੜਨ ਦਾ ਸਾਰਾ ਪ੍ਰਬੰਧ ਕੀਤਾ ਸੀ, ਉਹ ਵੀ ਆ ਰਹੇ ਹੈ ਜੀ। ਚਾਹੇ ਉਹ ਲਾਲ ਕ੍ਰਿਸ਼ਨ ਅਡਵਾਨੀ ਹੈ, ਚਾਹੇ ਉਹ ਵਿਨੇ ਕਟਿਆਰ ਹੈ, ਚਾਹੇ ਉਹ ਉਮਾ ਭਾਰਤੀ ਹੈ, ਸਾਧਵੀ ਉਮਾ ਭਾਰਤੀ, ਜਾਂ ਹੋਰ ਜਿੰਨੇ ਵੀ ਹੈਗੇ। 200 ਬੰਦਾ ਉਹਨਾਂ ਨੇ ਇਕੱਠੇ ਕਰਨ ਦਾ ਪ੍ਰੋਗਰਾਮ ਬਣਾਇਆ ਔਰ ਇਹ ਸਾਰੇ ਸਿਰੇ ਵਾਲੇ ਆ, ਚੜ੍ਹਦੇ ਤੋਂ ਚੜ੍ਹਦੇ ਆ ਸਾਰੇ, ਜਿਨ੍ਹਾਂ ਨੂੰ ਉੱਥੇ ਇਕੱਠੇ ਕੀਤਾ ਗਿਆ। ਇੱਕ ਅਗਲੀ ਗੱਲ ਦਾਨੇਵਾਲੀਆ ਸਾਹਿਬ ਮੈਂ ਥੋੜੀ ਜਿਹੀ ਸਾਡੇ ਸਰੋਤਿਆਂ ਨਾਲ ਇਹ ਵੀ ਸਾਂਝੀ ਕਰਨੀ ਜ਼ਰੂਰੀ ਸਮਝਦਾ ਕਿ 5 ਅਗਸਤ ਦਾ ਦਿਨ ਕਿਉਂ ਚੁਣਿਆ ਗਿਆ। ਇਹ ਵੀ ਗੱਲ ਜ਼ਰੂਰੀ ਹੈ। ਇਹ ਬੜੀ 5 ਅਗਸਤ ਦਾ ਦਿਨ ਇਸ ਤਰ੍ਹਾਂ ਚੁਣਿਆ ਗਿਆ ਵੀ ਕਿਉਂਕਿ 5 ਅਗਸਤ ਦੇ ਦਿਨ ਹੀ ਪਿਛਲੇ ਸਾਲ ਜੀ ਮੋਦੀ ਦੀ ਹਕੂਮਤ ਨੇ ਜਿਹੜੀ ਧਾਰਾ 370 ਹੈ ਕਸ਼ਮੀਰ ਵਾਲੀ, ਉਸ ਧਾਰਾ 370 ਨੂੰ ਖਤਮ ਕੀਤਾ ਸੀ ਤੇ ਕਸ਼ਮੀਰ ਦੇ ਨੂੰ 2 ਜਿਹੜੀਆਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਤਬਦੀਲ ਕਰਤਾ ਸੀ ਜੀ। ਇਸ ਵਾਸਤੇ ਉਹ ਸਮਝਦੇ ਆ ਕਿ ਜਿਹੜਾ ਹਿੰਦੂਇਜ਼ਮ ਦਾ ਜਿਹੜਾ ਹੈਗਾ ਜਿਹੜਾ ਏਜੰਡਾ ਜਾਂ ਉਭਾਰ ਹੈ, ਉਹ ਹਿੰਦੂਇਜ਼ਮ ਦਾ ਉਭਾਰ ਜਿਹੜਾ ਹੈਗਾ ਉਹ 5 ਅਗਸਤ ਤੋਂ ਹੁੰਦਾ ਹੈ। ਜੀ ਜੀ। ਸਾਰੀ ਚੀਜ਼ ਹੁਣ 5 ਅਗਸਤ ਦੇ ਆਲੇ ਦੁਆਲੇ ਜੁੜਦੀ ਹੈ। ਇੱਕ ਪਾਸੇ ਇਹਨਾਂ ਨੇ 5 ਅਗਸਤ ਵਾਸਤੇ ਇਹ ਰੱਖ ਲਿਆ ਤੇ ਦੂਜੇ ਪਾਸੇ ਤੁਸੀਂ ਇਹ ਦੇਖਿਆ ਹੋਣਾ ਕਿ ਜਿਹੜੇ ਰਫੇਲ ਜਹਾਜ਼ ਆਏ ਹੈ ਜੀ ਫਰਾਂਸ ਤੋਂ, ਉਹਨਾਂ ਜਹਾਜ਼ਾਂ ਦੀ ਗਿਣਤੀ ਵੀ 5 ਹੀ ਰੱਖੀ ਹੈ। ਇਹ 5 ਵਾਲਾ ਅੰਕੜਾ ਜਿਹੜਾ ਪੂਰਾ ਗਿਣ ਮਿਥ ਕੇ ਰੱਖਿਆ ਗਿਆ, ਉਹ ਗਿਣ ਮਿਥ ਕੇ ਰੱਖਿਆ ਹੋਇਆ, ਕੋਈ ਨਿੱਕੀ ਮੋਟੀ ਗੱਲ ਨਹੀਂ। ਇੱਕ ਬੜੀ ਪਲੈਨਿੰਗ ਦੇ ਨਾਲ ਹੈ ਕਿ ਅਸੀਂ ਇਹੋ ਹੀ ਜਿਹੜੀ ਹੈਗੀ ਆਪਣੀ ਵਿਚਾਰਧਾਰਾ ਇਹਨੂੰ ਅੱਗੇ ਵਧਾਉਣਾ ਹੈ। ਜਿਹੜਾ ਸਾਡਾ ਇਹ ਪ੍ਰੋਗਰਾਮ ਜੋ ਅਸੀਂ ਜਿਹੜੀ ਨੀਂਹ ਪੱਥਰ ਰੱਖਿਆ ਹੈ, ਨੀਂਹ ਪੱਥਰ ਨੂੰ ਹੋਰ ਲੈ ਕੇ ਜਾਣੇ। ਸਵਾਲ ਕੱਲਾ ਨੀਂਹ ਪੱਥਰ ਜਿਹੜਾ ਮੰਦਿਰ ਦਾ ਨਹੀਂ, ਸਗੋਂ ਉਸ ਵਿਚਾਰਧਾਰਾ ਦੇ ਤਹਿਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੇ ਪਾਸੇ ਨੂੰ ਜਾਣਾ ਹੈ, ਹਿੰਦੂ ਰਾਸ਼ਟਰ ਬਣਾਉਣਾ। ਇਹ ਉਹਦਾ ਇੱਕ ਅਹਿਦ ਹੈ, ਉਹਦੇ ਮੁਤਾਬਕ ਹੀ ਸਾਰਾ ਕੁਝ ਕਰਦੇ ਜੀ। ਕਿਉਂਕਿ ਜਦੋਂ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਤੇ 5 ਅਗਸਤ ਨੂੰ ਜਦੋਂ ਨੀਂਹ ਪੱਥਰ ਰੱਖਿਆ ਜਾਊਗਾ ਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੋਦੀ ਮੀਡੀਆ ਨੇ ਇਹੀ ਕੁਝ ਕਰਨਾ ਜਿਹੜਾ ਆਪਾਂ ਅੱਜ ਦੱਸਦਾ ਜੀ ਜੀ कि जी आज के दिन ऐसा हुआ था, आज के दिन ऐसा हुआ था, कश्मीर से बात शुरू हुई है और अयोध्या तक पहुंच गई। अब ऐसा ये होना सारा कुछ ਇਹਦੇ ਤੇ ਕਰ ਲੈ, ਚਲੋ ਇਹ ਹੋ ਗਿਆ। ਹੁਣ ਹੋਇਆ ਉੱਥੇ ਕੀ ਕਿ ਜਿਹੜਾ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵਾਰ-ਵਾਰ ਕਿਹਾ ਸੀ ਕਿ ਕੋਰੋਨਾ ਤੋਂ ਬਚਣ ਵਾਸਤੇ ਭਾਈ ਥਾਲੀਆਂ ਵੀ ਖੜਕਾਓ, ਤਾਲੀਆਂ ਵੀ ਵਜਾਓ, ਦੀਵੇ ਵੀ ਕਰੋ, ਮੋਮਬੱਤੀਆਂ ਵੀ ਜਲਾਓ, ਸਾਰਾ ਕੁਝ ਕਰੋ, ਚਾਨਣ ਚੂਨਣ ਕਰੋ ਤੇ ਜਿਹੜਾ ਹੈਗਾ ਇਹਨੂੰ ਆਪਾਂ ਕੋਰੋਨਾ ਨੂੰ ਭਜਾ ਦੇਣਾ ਜੀ। ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਧਾਰਮਿਕ ਜਾਂ ਜਿਹੜੇ ਮਿਥਿਹਾਸਕ ਹਵਾਲੇ ਬਹੁਤ ਦਿੰਦੇ ਆ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਮਹਾਭਾਰਤ ਦੀ ਲੜਾਈ ਲੜੀ ਸੀਗੀ, ਸਾਡੇ ਦੇਸ਼ ਦੇ ਵਿੱਚ ਲੜੀ ਗਈ ਸੀ, ਉਹ ਲੜਾਈ 18 ਦਿਨਾਂ 'ਚ ਖਤਮ ਹੋ ਗਈ ਸੀ ਤੇ ਤੁਸੀਂ ਮੈਨੂੰ ਸਹਿਯੋਗ ਦਿਓ ਤੇ 21 ਦਿਨਾਂ ਦੇ ਵਿੱਚ ਆਪਾਂ ਕੋਰੋਨਾ ਖਤਮ ਕਰ ਦਿਆਂਗੇ ਜੀ। ਲੇਕਿਨ ਉਹ 21 ਦਿਨ ਤੇ ਤੁਸੀਂ ਦੇਖ ਲਓ ਵੀ ਪਤਾ ਨਹੀਂ ਕਿੰਨੇ 21 ਦਿਨ, ਮੈਨੂੰ ਤਾਂ ਲੱਗ ਜਾਏ ਕਿ 21 ਮਹੀਨਿਆਂ ਤੱਕ ਨਾ ਗੱਲ ਚਲੀ ਜਾਵੇ ਜਿਹੋ ਜਿਹੇ ਹਾਲਾਤ ਬਣੇ ਆ। ਕਿਉਂਕਿ 20-30 ਹਜ਼ਾਰ ਬੰਦਾ ਹੁਣ ਰੋਜ਼ ਹੀ ਜਿਹੜਾ ਹੈਗਾ ਉਹ ਕੋਰੋਨਾ ਪੋਜ਼ਿਟਿਵ ਆ ਰਿਹਾ ਜੀ। ਲੱਖਾਂ ਦੀ ਤਾਦਾਦ ਦੇ ਵਿੱਚ ਹੋ ਗਿਆ। ਇਹਨਾਂ ਨੇ ਮਤਲਬ ਜਿਹੜਾ ਉਹ ਸੀ ਆਪਣਾ ਕਰਨ ਵਾਲੀ ਗੱਲ, ਤੇ ਇਹੀ ਹੁਣ ਜਿਹੜਾ ਚੱਕਰ ਹੈ ਉੱਥੇ ਇਹਨਾਂ ਨੇ ਕੋਈ ਡਿਸਟੈਂਸ ਨਹੀਂ ਰੱਖਿਆ। ਕੋਈ ਜਿਹੜਾ ਕਹਿੰਦੇ ਸੀ ਵੀ 2 ਗਜ ਦਾ ਫਰਕ ਜੀ, ਜਾਂ ਗਮਛਾ ਪਾ ਲਓ, ਗਮਛਾ ਆਪਾਂ ਤਾਂ ਮਾਸਕ ਕਹਿ ਦਿੰਦੇ ਆ, ਗਮਛਾ ਆਪਣੇ ਜਿਹੜੀ ਦੁਪੱਟਾ ਕਹਿ ਦਿੰਦੇ ਆ, ਜਾਂ ਸਾਫਾ ਕਹਿ ਦਿੰਦੇ ਆਪਣੇ ਆਪ ਹੀ ਪੁਰਾਣੇ ਬਜ਼ੁਰਗਾਂ ਦੇ ਗਲਾਂ ਦੇ ਵਿੱਚ ਪਾਇਆ ਹੁੰਦਾ ਸੀ ਇਹਦਾ ਖੱਦਰ ਦਾ। ਤੇ ਹੁਣ ਤੁਸੀਂ ਦੇਖਣਾ ਨਵੇਂ ਮੁੰਡੇ ਜਿਹੜੇ ਲੀਡਰ ਬਣਦੇ ਉਹਨਾਂ ਦੇ ਵੀ ਉਪਾਏ ਹੁੰਦੇ। ਬਿਲਕੁਲ ਬਿਲਕੁਲ ਜੀ। ਉਹਨਾਂ ਨੂੰ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਤੁਸੀਂ ਕਿਹਾ ਸੀ ਗਮਛਾ ਵੀ ਰੱਖੋ। ਲੇਕਿਨ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਵਿਚਾਰੇ ਕਿੰਨਾ ਹਾਲਾਤਾਂ ਦੇ ਵਿੱਚੋਂ ਆਉਂਦੇ ਆ, ਲੇਬਰ ਵਾਲੇ ਕੰਮ ਕਰਦੇ ਆ, ਉਹ ਵੀ ਲੈ ਲਓ, ਪੁਲਿਸ ਵਾਲੇ ਜਿਹੜੇ ਹੈਗੇ ਆ, ਕਈ ਸ਼ਿਫਟਾਂ ਉਹਨਾਂ ਨੂੰ ਇਕੱਠੀਆਂ ਕੰਮ ਕਰਨਾ ਪੈਂਦਾ ਹੈ। ਹੁਣ ਜਿਹੜਾ ਉੱਥੇ ਜਿਹੜਾ ਲੇਟੈਸਟ ਉਹਨਾਂ ਨੇ ਦੇਖਿਆ ਜੀ ਬੰਦਿਆਂ ਦਾ, ਪਹਿਲਾਂ ਉਹ ਟੈਸਟ ਵਗੈਰਾ ਪਹਿਲਾਂ ਵੀ ਕੀਤਾ ਸੀ ਜੀ। ਜਿਹੜਾ ਤਾਜ਼ਾ ਟੈਸਟ ਕੀਤਾ, ਤਾਜ਼ਾ ਟੈਸਟ ਦੇ ਵਿੱਚ ਜੀ 17 ਬੰਦੇ ਆ ਜਿਹੜੇ ਉਹ
ਕੋਰੋਨਾ ਪੋਜ਼ਿਟਿਵ ਆ ਗਏ ਜੀ। 17 ਦੇ ਵਿੱਚੋਂ ਇੱਕ ਤਾਂ ਮੇਨ ਪੁਜਾਰੀ ਹੈ ਜਿਹੜਾ ਮੇਨ ਪੁਜਾਰੀ ਦਾ ਚੇਲਾ ਹੈ ਪ੍ਰਦੀਪ ਦਾਸ, ਇੱਕ ਤਾਂ ਉਹ ਆ ਗਿਆ ਜੀ ਤੇ 16 ਪੁਲਿਸ ਵਾਲੇ। ਅੱਛਾ ਜੀ। 17 ਬੰਦੇ ਪੋਜ਼ਿਟਿਵ ਹੋ ਗਏ, ਚਲੋ ਉਹਨਾਂ ਨੂੰ ਕੁਆਰੰਟੀਨ ਕਰ ਦਿੱਤਾ, ਇਲਾਜ ਵਾਸਤੇ ਲੈ ਗਏ, ਪਰ ਇਹ ਜਿਹੜੀ ਲਾਗ ਉੱਥੇ ਰਹਿ ਗਈ, ਉਸ ਲਾਗ ਦੇ ਨਾਲ ਜਿਹੜੇ ਪਾਸੇ ਹੋਰ ਲੋਕ ਹੋਣਗੇ ਉਹ ਵੀ ਕੀ ਕਰਨਗੇ? ਕੀ ਹੈ ਇਹਦੀ ਗਰੰਟੀ ਕੀ ਹੈ ਕਿ ਉੱਥੋਂ ਗੱਲ ਨਹੀਂ? ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦਾ ਜੀ। ਉਹ ਦੇਸ਼ ਦਾ ਸਭ ਤੋਂ ਵੱਡਾ ਮਤਲਬ ਜਿਹੜਾ ਹੈਗਾ, ਆਪਾਂ ਦੇਸ਼ ਨੂੰ ਚਲਾਉਣ ਵਾਲਾ ਹੁੰਦਾ ਹੈ। ਇੱਕ ਗੱਡੀ ਦਾ ਮਤਲਬ ਜਿਹਦੇ ਹੱਥ ਦੇ ਵਿੱਚ ਸਟੀਅਰਿੰਗ ਹੈ, ਉਹਨੇ ਦੇਸ਼ ਵਾਲੀ ਗੱਡੀ ਚਲਾਉਣੀ ਹੈ ਜੀ। ਇਹ ਜੇ ਕੋਈ ਜ਼ਰੂਰੀ ਤਾਂ ਨਹੀਂ ਸੀ ਪ੍ਰਧਾਨ ਮੰਤਰੀ ਦਾ ਆਉਣਾ। ਪ੍ਰਧਾਨ ਮੰਤਰੀ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਜੀ, ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਭਾਰਤ ਨੂੰ ਡਿਜੀਟਲ ਇੰਡੀਆ ਕਰ ਦੇਣਾ ਜੀ। ਸਾਰਾ ਕੰਮ ਡਿਜੀਟਲ ਜਿਹੜਾ ਹੈਗਾ ਹਿਸਾਬ ਕਿਤਾਬ ਦੇ ਨਾਲ ਹੀ ਹੋਊਗਾ। ਤੁਸੀਂ ਇਹਦੇ ਰਾਹੀਂ ਪੇਮੈਂਟਾਂ ਕਰੋ, ਇਹਦੇ ਰਾਹੀਂ ਤੁਸੀਂ ਲੈਣ ਦੇਣ ਕਰੋ, ਸਾਰਾ ਖਰੀਦੋ ਫਰੋਖਤ ਵੀ ਇਹਦੇ ਰਾਹੀਂ ਕਰੋ। ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਪ੍ਰਧਾਨ ਮੰਤਰੀ ਸਾਹਿਬ ਆਪੋਜੀਸ਼ਨ ਦੇ ਨਾਲ ਜਾਂ ਕੈਬਨਿਟ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਹੈ ਤਾਂ ਉਹ ਡਿਊ ਟੂ ਵੀਡੀਓ ਕਾਨਫਰੰਸਿੰਗ ਕਰਦੇ, ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹ ਜਿਹੜਾ ਹੈਗਾ ਉਦਘਾਟਨ ਨਹੀਂ ਸੀ ਆਪਣਾ ਨੀਂਹ ਪੱਥਰ ਨਹੀਂ ਸੀ ਰੱਖਿਆ ਜਾ ਸਕਦਾ ਸੀ ਜੀ। ਇਹ ਪਰ ਕਿਉਂ ਨਹੀਂ ਰੱਖਿਆ ਜਾ ਰਿਹਾ? ਇਹ ਸੋਚਣ ਵਾਲੀ ਗੱਲ ਹੈ। ਇਸ ਕਰਕੇ ਨਹੀਂ ਰੱਖਿਆ ਜਾ ਰਿਹਾ ਕਿ ਅੱਗੇ ਚੋਣਾਂ ਆ ਰਹੀਆਂ, ਬਿਹਾਰ ਦੇ ਵਿੱਚ ਚੋਣਾਂ ਦਾ ਹੜ ਆ ਰਿਹਾ ਹੈ। ਹਾਲਾਂਕਿ ਬਿਹਾਰ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨੂੰ ਟਾਲ ਦਿੱਤਾ ਜਾਵੇ, ਕਿਉਂਕਿ ਬਿਹਾਰ ਦੀ ਹਾਲਤ ਬਹੁਤ ਮਾੜੀ ਹੈ ਕਰੋਨਾ ਦੇ ਪੱਖ ਤੋਂ ਜੀ। ਪਰ ਫਿਰ ਵੀ ਜੇ ਮਹੀਨਾ ਟਲ ਜੂ 20 ਦਿਨ ਬਾਅਦ, ਪਹਿਲੀ ਗੱਲ ਤਾਂ ਟਲਣਾ ਨਹੀਂ ਕਿਸੇ ਨੇ, ਤਪੇ ਤੰਦੂਰ ਦੇ ਉੱਤੇ ਰੋਟੀਆਂ ਲਾਉਣ ਵਾਲੀ ਗੱਲ ਹੈ। ਬਿਲਕੁਲ, ਅਗਲਾ ਕੌਣ ਕਹਿੰਦਾ ਵੀ ਹਾਂ। ਇਹ ਹੁਣ ਇਹ ਦਿਖਾ ਰਹੇ ਆ ਕਿ ਆਹ ਦੇਖੋ ਜੀ, ਅਸੀਂ ਰਾਮ ਮੰਦਿਰ ਦਾ ਜਿਹੜਾ ਪਹਿਲਾਂ ਰਾਮ ਦਾ ਮੰਦਿਰ ਬਣਾਉਣ ਦਾ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਸੀ, ਆਹ ਪੂਰਾ ਕਰਤਾ ਸੀ, ਨਹੀਂ ਪੱਥਰ ਰੱਖਦਾ। ਹੁਣ ਉਹ ਵੀ ਉਸਾਰੀ ਸ਼ੁਰੂ ਹੋ ਗਈ। ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਆ ਸਾਰਾ ਕੁਝ ਜਿਹੜਾ ਮੈਂ ਇਹਨੂੰ ਸ਼ਬਦ ਦੇ ਵਾਸਤੇ ਕੀ ਵਰਤਾਂਗੇ, ਜਿਹੜਾ ਢਮਟਮ ਹੈ ਜੀ, ਇਹ ਢਮਟਮਾ ਸਾਰਾ ਉਹਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਜੀ। ਤੇ ਢਿੱਲੋਂ ਸਾਹਿਬ ਅੱਜ ਸ਼ਹੀਦ ਊਧਮ ਸਿੰਘ ਦੀ 80ਵੀਂ ਬਰਸੀ ਆ ਤੇ ਆਪਾਂ ਤੁਹਾਡੇ ਤੋਂ ਬਾਅਦ ਉਹਨਾਂ ਨੂੰ ਸ਼ਰਧਾਂਜਲੀ ਤੇ ਉਹਨਾਂ ਦੀ ਜੀਵਨੀ ਬਾਰੇ ਕੁਛ ਦੋ ਸ਼ਬਦ ਜਿਹੜੇ ਆ ਉਹ ਬੋਲਾਂਗੇ ਜੀ, ਰਿਕਾਰਡ ਕੀਤੇ ਨੇ ਗੁਰਜੀਤ ਦੀ ਵਾਸਤੇ ਵਿੱਚ। ਧੰਨਵਾਦ ਜੀ, ਬਹੁਤ ਵਧੀਆ ਗੱਲ ਹੈ ਜੀ, ਬਹੁਤ ਜੀ, ਮਿਹਰਬਾਨੀ ਜੀ ਤੇ ਸ਼ੁਕਰੀਆ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਭਾਰਤੀ ਇਤਿਹਾਸ ਅਣਗਿਣਤ ਯੋਧਿਆਂ ਅਤੇ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਦਾ ਗਵਾਹ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਨਾਂ ਸ਼ਹੀਦ ਆਜ਼ਮ ਊਧਮ ਸਿੰਘ ਦਾ ਵੀ ਹੈ, ਜਿਨ੍ਹਾਂ ਨੇ ਅੱਜ ਦੇ ਦਿਨ ਭਾਵ 31 ਜੁਲਾਈ 1940 ਨੂੰ ਫਾਂਸੀ ਦੇ ਫੰਦੇ ਨੂੰ ਹੱਸਦੇ ਚੁੰਮਿਆ ਤੇ ਦੇਸ਼ ਦੀ ਖਾਤਰ ਕੁਰਬਾਨ ਹੋ ਗਏ। ਇਹ ਉਹ ਵੀਰ ਯੋਧਾ ਸੀ ਜਿਸ ਨੇ 13 ਅਪ੍ਰੈਲ 1919 ਦੇ ਹੱਤਿਆਕਾਂਡ ਦਾ ਬਦਲਾ ਲੈਣ ਦਾ ਪ੍ਰਣ ਲਿਆ ਸੀ ਤੇ ਉਸ ਨੂੰ ਪੂਰਾ ਵੀ ਕੀਤਾ। ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਟਹਿਲ ਸਿੰਘ ਜੰਮੂ ਅਤੇ ਮਾਤਾ ਦਾ ਨਾਮ ਨਰੈਣ ਕੌਰ ਸੀ। ਇਹਨਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਇਹਨਾਂ ਦੀ ਮਾਂ ਇਹਨਾਂ ਦੇ ਜਨਮ ਤੋਂ 2 ਸਾਲ ਬਾਅਦ 1901 ਨੂੰ ਅਤੇ ਪਿਤਾ 8 ਸਾਲ ਬਾਅਦ 1907 ਨੂੰ ਗੁਜ਼ਰ ਗਏ। ਸਿਰਫ 8 ਸਾਲ ਦੀ ਉਮਰ ਵਿੱਚ ਹੀ ਸ਼ੇਰ ਸਿੰਘ ਅਨਾਥ ਹੋ ਗਏ। ਇਹਨਾਂ ਅਤੇ ਇਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਖਾਲਸਾ ਅਨਾਥ ਘਰ ਵਿੱਚ ਦਾਖਲ ਕਰਵਾਇਆ ਗਿਆ। ਕੁਝ ਸਾਲ ਬਾਅਦ ਇਹਨਾਂ ਦੇ ਭਰਾ ਦੀ ਵੀ ਮੌਤ ਹੋ ਗਈ। ਇਹਨਾਂ ਨੇ 1918 ਨੂੰ ਮੈਟ੍ਰਿਕ ਪਾਸ ਕੀਤੀ ਅਤੇ 1919 ਨੂੰ ਇਹ ਇੱਥੋਂ ਚਲੇ ਗਏ। ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ 20,000 ਪ੍ਰਦਰਸ਼ਨਕਾਰੀ ਅੰਗਰੇਜ਼ਾਂ ਦੇ ਰੋਲ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ, ਉਸ ਸਮੇਂ ਊਧਮ ਸਿੰਘ ਉਸ ਵਿਸ਼ਾਲ ਸਭਾ ਲਈ ਪਾਣੀ ਦੀ ਵਿਵਸਥਾ ਕਰ ਰਹੇ ਸਨ। ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਅੰਗਰੇਜ਼ਾਂ ਨੇ ਨਿਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਤੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ। ਮਰਨ ਵਾਲਿਆਂ ਵਿੱਚ ਆਜ਼ਾਦੀ ਦਾ ਸੁਪਨਾ ਵੇਖ ਰਹੇ ਬੁੱਢੇ, ਦੁੱਧ ਮੂੰਹੇ ਬੱਚੇ, ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਨੌਜਵਾਨ ਸ਼ਾਮਲ ਸਨ। ਇਸ ਘਟਨਾ ਨੇ ਊਧਮ ਸਿੰਘ ਨੂੰ ਝਕਝੋਰ ਦਿੱਤਾ ਤੇ ਉਹਨਾਂ ਨੇ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਦਾ ਫੈਸਲਾ ਕੀਤਾ।
ਇਸ ਘਟਨਾ ਲਈ ਇਹਨਾਂ ਨੇ ਜਨਰਲ ਮਾਈਕਲ ਅਡਵਾਇਰ, ਜੋ ਉਸ ਸਮੇਂ ਪੰਜਾਬ ਪ੍ਰਾਂਤ ਦਾ ਗਵਰਨਰ ਸੀ, ਉਸ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਉਸਨੇ 90,000 ਸਿਪਾਹੀਆਂ ਨੂੰ ਲੈ ਕੇ ਜਲਿਆਂਵਾਲੇ ਬਾਗ ਨੂੰ ਹਰ ਤਰਫ ਤੋਂ ਘੇਰ ਲਿਆ ਸੀ ਤੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਤੋਂ ਬਾਅਦ ਊਧਮ ਸਿੰਘ ਭਾਰਤ ਛੱਡ ਕੇ ਅਮਰੀਕਾ ਚਲੇ ਗਏ। ਉਹਨਾਂ ਨੇ 1924 ਵਿੱਚ ਬੱਬਰ ਅਕਾਲੀ ਲਹਿਰ ਬਾਰੇ ਜਾਣਿਆ ਤੇ ਵਾਪਸ ਭਾਰਤ ਪਰਤ ਆਏ। ਉਹ ਇੱਕ ਪਿਸਤੌਲ ਵੀ ਲੈ ਕੇ ਆਏ ਸਨ, ਜਿਸ ਕਾਰਨ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਿਨਾਂ ਲਾਇਸੈਂਸ ਵਾਲੀ ਪਿਸਤੌਲ ਰੱਖਣ ਕਾਰਨ ਉਹਨਾਂ ਨੂੰ 4 ਸਾਲ ਦੀ ਜੇਲ੍ਹ ਹੋਈ। ਅੰਮ੍ਰਿਤਸਰ ਵਿੱਚ ਹੀ ਉਹਨਾਂ ਨੇ ਇੱਕ ਦੁਕਾਨ ਖੋਲ੍ਹੀ, ਜਿਸ ਉੱਤੇ ਰਾਮ ਮੁਹੰਮਦ ਸਿੰਘ ਆਜ਼ਾਦ ਨਾਂ ਦਾ ਬੋਰਡ ਲਗਾਇਆ। ਉਹਨਾਂ ਦਾ ਇਹ ਨਾਂ ਏਕਤਾ ਅਤੇ ਸੰਭਾਵ ਦਾ ਪ੍ਰਤੀਕ ਸੀ, ਕਿਉਂਕਿ ਇਸ ਵਿੱਚ ਸਾਰੇ ਧਰਮਾਂ ਦੇ ਨਾਂ ਮੌਜੂਦ ਸਨ। ਜਨਰਲ ਮਾਈਕਲ ਅਡਵਾਇਰ ਨੂੰ ਸਜ਼ਾ ਦੇਣ ਦੇ ਆਪਣੇ ਮਿਸ਼ਨ ਦੀ ਖਾਤਰ ਵੱਖ-ਵੱਖ ਨਾਵਾਂ ਨਾਲ ਅਫਰੀਕਾ, ਬ੍ਰਾਜ਼ੀਲ ਅਤੇ ਅਮਰੀਕਾ ਗਏ। 1934 ਵਿੱਚ ਊਧਮ ਸਿੰਘ ਲੰਦਨ ਪਹੁੰਚੇ ਅਤੇ ਉੱਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਉੱਥੇ ਉਹਨਾਂ ਨੇ ਇੱਕ ਕਾਰ ਅਤੇ 6 ਗੋਲੀਆਂ ਵਾਲੀ ਇੱਕ ਰਿਵਾਲਵਰ ਖਰੀਦੀ। ਊਧਮ ਸਿੰਘ ਨੂੰ ਭਾਰਤੀਆਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ 1940 ਵਿੱਚ ਮਿਲਿਆ। 13 ਮਾਰਚ 1940 ਨੂੰ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਲੰਡਨ ਦੇ ਕੈਕਸਟਨ ਹਾਲ ਵਿੱਚ ਬੈਠਕ ਸੀ, ਜਿੱਥੇ ਮਾਈਕਲ ਅਡਵਾਇਰ ਨੇ ਵੀ ਭਾਸ਼ਣ ਦੇਣਾ ਸੀ। ਊਧਮ ਸਿੰਘ ਉਸ ਦਿਨ ਉੱਥੇ ਪਹੁੰਚੇ ਅਤੇ ਆਪਣੇ ਰਿਵਾਲਵਰ ਨੂੰ ਕਿਤਾਬ ਵਿੱਚ ਲੁਕਾ ਲਿਆ। ਮੌਕਾ ਮਿਲਣ ਤੇ ਉਹਨਾਂ ਨੇ ਮਾਈਕਲ ਅਡਵਾਇਰ ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਊਧਮ ਸਿੰਘ ਉਸ ਜਗ੍ਹਾ ਤੋਂ ਭੱਜੇ ਨਹੀਂ, ਬਲਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਊਧਮ ਸਿੰਘ ਤੇ ਮੁਕੱਦਮਾ ਚਲਾਇਆ ਗਿਆ ਅਤੇ 4 ਜੂਨ 1940 ਨੂੰ ਉਹਨਾਂ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। 31 ਜੁਲਾਈ 1940 ਨੂੰ ਉਹਨਾਂ ਨੂੰ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਊਧਮ ਸਿੰਘ ਨੂੰ ਸ਼ਹੀਦ-ਏ-ਆਜ਼ਮ ਦੀ ਉਪਾਧੀ ਦਿੱਤੀ ਗਈ, ਜੋ ਸਰਦਾਰ ਭਗਤ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਮਿਲੀ ਸੀ। ਸੰਨ 1974 ਵਿੱਚ ਬ੍ਰਿਟੇਨ ਨੇ ਉਹਨਾਂ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ। ਇਸ ਘਟਨਾ ਨੇ ਦੇਸ਼ ਦੇ ਅੰਦਰ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ। ਊਧਮ ਸਿੰਘ ਦੀ ਜੀਵਨੀ ਤੇ 1977 ਅਤੇ 2000 ਵਿੱਚ ਫਿਲਮਾਂ ਵੀ ਬਣੀਆਂ ਅਤੇ ਉਹਨਾਂ ਦੇ ਨਾਂ ਤੇ ਉੱਤਰਾਖੰਡ ਦੇ ਇੱਕ ਜ਼ਿਲ੍ਹੇ ਦਾ ਨਾਂ ਊਧਮ ਸਿੰਘ ਰੱਖਿਆ ਗਿਆ। ਅੱਜ ਦਾ ਨੌਜਵਾਨ ਬਹੁਤ ਬੁਰੀ ਤਰ੍ਹਾਂ ਨਾਲ ਸਮਾਜਿਕ ਕੁਰੀਤੀਆਂ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਨਸ਼ਿਆਂ ਦੀ ਦਲਦਲ ਵਿੱਚ ਧੱਸ ਗਿਆ ਹੈ। ਅਜੋਕੇ ਯੁੱਗ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦਾ ਸੰਘਰਸ਼ਮਈ ਜੀਵਨ ਸਾਨੂੰ ਸਭ ਨੂੰ ਸੱਚੀ ਦੇਸ਼ ਭਗਤੀ ਅਤੇ ਕੁਰਬਾਨੀ ਦੀ ਬੇਮਿਸਾਲ ਸਿੱਖਿਆ ਦਿੰਦਾ ਹੈ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885-8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ।